अच्छी बॉडी होवे लोकां 'ਚ दिखे कि कोई तुहानूं कहे हाँ भी तुसीं बहुत वधिया लग रहे हो, है ना। ਮੈਨੂੰ ਪਤਾ ਲੱਗਾ ਜੇ ਮੈਂ 6 ਪੈਕ ਬਣਾਉਣੇ ਮੈਨੂੰ ਪਾਣੀ ਵੀ ਛੱਡਣਾ ਪੈਣਾ। ਹਾਂ, ਇਹ ਉਹੀ ਚੀਜ਼ਾਂ ਨੇ ਜਿਹੜੀ ਬੋਡੀ ਬਿਲਡਿੰਗ ਤੋਂ ਲੋਕੀ ਮਿਕਸ ਕਰਦੇ ਆ। ਹਾਂ, ਇਹ ਬੋਡੀ ਬਿਲਡਿੰਗ ਜਿੰਨਾ ਲੱਗਦਾ ਹੈ ਫਿਜ਼ੀਕਲ ਦੀ ਗੇਮ ਹੈ, ਉਹ ਫਿਜ਼ੀਕਲ ਗੇਮ ਨਹੀਂ ਹੈ, ਉਹ ਮੈਂਟਲੀ ਗੇਮ ਹੈ। ਫੈਡਰੇਸ਼ਨ ਕੱਪ ਜਿਹੜਾ ਹੋਇਆ ਸਿੱਕਿਮ, ਉੱਥੇ ਮੇਰੀ 4th ਪਲੇਸ ਆਈ। ਫਿਰ ਉਸ ਤੋਂ ਬਾਅਦ ਮਿਸਟਰ ਨਾਰਥ ਇੰਡੀਆ ਹੋਇਆ, ਉੱਥੇ ਮੈਂ ਸਿਲਵਰ ਲੈ ਕੇ ਆਇਆ। ਮਿਸਟਰ ਚੰਡੀਗੜ੍ਹ ਜਿੱਤਿਆ ਮੈਂ ਓਵਰਆਲ ਟਾਈਟਲ ਆਇਆ ਮੇਰਾ। ਏਵਨ ਕਲਾਸਿਕ ਹੁੰਦਾ ਇੱਕ ਲੁਧਿਆਣਾ ਹੁੰਦਾ, ਉੱਥੇ ਸਿਲਵਰ ਮੈਡਲ ਸੀਗਾ। ਉਸ ਤੋਂ ਬਾਅਦ ਅਮਨ ਕਲਾਸਿਕ ਹੁੰਦਾ, ਬਹੁਤ ਹੀ ਗ੍ਰੈਂਡ ਸ਼ੋ ਹੁੰਦਾ ਅੰਮ੍ਰਿਤਸਰ 'ਚ, ਉੱਥੇ 골ਡ ਮੈਡਲ ਓਵਰਆਲ ਟਾਈਟਲ ਉੱਥੇ ਵੀ। ਤੇ ਇਦਾਂ ਫਿਰ ਇਸ ਤੋਂ ਪਿੱਛੇ ਵੀ ਫਿਰ ਚੰਡੀਗੜ੍ਹ ਜਿੰਨੇ ਵੀ ਸਾਲ ਹੋਏ ਆ 골ਡ। ਸਟੇਜ ਦਾ ਜਦ ਲੋਕੀ ਤੁਹਾਡੇ ਲਈ ਰੌਲਾ ਪਾਉਂਦੇ ਆ, ਤੁਹਾਡੇ ਲਈ ਵੋਟਿੰਗ ਹੁੰਦੀ ਹੈ, ਉਹ ਅਲੱਗ ਹੀ ਦਿਲ ਤੇ ਹਿੱਟ ਕਰਿਆ। ਬਸ ਉਸ ਦਿਨ ਦਾ ਹੋ ਗਿਆ ਕਿ ਹੁਣ ਇਹੀ ਹੈ ਜੋ ਵੀ ਹੈ, ਹੁਣ ਕਰਨਾ ਹੀ ਕਰਨਾ ਹੈ। ਸਾਰੇ ਕਹਿੰਦੇ ਕਿ ਡੈਡ ਕਰਦੇ ਸਪੋਰਟ ਨਹੀਂ ਕਰਦੇ ਆ ਜੀ। ਸੁਪਨਾ ਤੁਸੀਂ ਦੇਖਿਆ ਤਾਂ ਇਹ ਸੁਪਨਾ ਤੁਸੀਂ ਉਹ ਆਪਣੇ ਆਪ ਪੂਰਾ ਕਰਨਾ। ਉਹ ਜਿਹੜਾ ਚੀਜ਼ ਚਾਹੁੰਦੇ ਜੇ ਉਹ ਡਾਕਟਰ ਬਣਾਉਣਾ ਚਾਹੁੰਦੇ ਆ, ਇੰਜੀਨੀਅਰ ਬਣਾਉਣਾ ਚਾਹੁੰਦੇ ਆ, ਉਹ ਸੁਪਨੇ ਲਈ ਉਹ ਤੁਹਾਨੂੰ ਹੈਲਪ ਕਰਨਗੇ। ਬਟ ਇਹ ਬਾਡੀ ਬਿਲਡਰ ਜੇ ਤੁਸੀਂ ਬਣਨਾ, ਇਹ ਸੁਪਨਾ ਤੁਹਾਡਾ ਹੈ, ਜ਼ਿੰਮੇਵਾਰੀ ਤੁਹਾਡੀ ਹੈ, ਤਾਂ ਤੁਸੀਂ ਪੂਰੀ ਕਰਨੀ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ ਤੇ ਨੀਲਮ ਕੁਈਨ ਫਿਟਨੈਸ ਵਾਲੀ ਇੰਟਰਵਿਊ ਕਰਨ ਦੇ ਲਈ ਫਿਰ ਹਾਜ਼ਰ ਹੋ ਚੁੱਕੀ ਆ। ਤੇ ਅੱਜ ਜਿਨ੍ਹਾਂ ਦੇ ਨਾਲ ਗੱਲਬਾਤ ਕਰਨੀ ਹੈ, ਕਾਫੀ ਫਿਟ ਨੇ, ਉਸ ਪਿੱਛੇ ਉਹਨਾਂ ਦੀ ਕਿੰਨੀ ਮਿਹਨਤ ਆ ਉਹਦੇ ਬਾਰੇ ਗੱਲਬਾਤ ਕਰਾਂਗੇ। ਵੈਸੇ ਉਹਨਾਂ ਨੇ ਕਈ ਚੈਂਪੀਅਨਸ਼ਿਪ ਦੇ ਵਿੱਚ ਪਾਰਟਿਸਿਪੇਟ ਕੀਤਾ ਹੈ, ਕਈ ਵਿਨ ਵੀ ਕੀਤੇ ਆ, ਤੇ ਜਿਹੜੇ ਮੈਡਲ ਆ ਤੁਸੀਂ ਸ਼ਾਰਟਸ ਦੇ ਵਿੱਚ ਦੇਖ ਵੀ ਲਏ ਆ ਕਿ ਕਿੰਨੇ ਉਹਨਾਂ ਨੇ ਹਾਸਲ ਕੀਤੇ ਆ। ਗੱਲ ਕਰੀਏ ਜੀ ਮੈਂ ਪੰਕਜ ਰਾਵਤ ਦੀ, ਜਿਨ੍ਹਾਂ ਦੇ ਖੁਦ ਉਹਨਾਂ ਨੇ ਜਿਹੜਾ ਜਿਮ ਤਿਆਰ ਕੀਤਾ ਆ, ਇੱਥੇ ਉਹਨਾਂ ਨੇ ਨਵਾਂ ਸਟਾਰਟ ਕੀਤਾ, ਉੱਥੇ ਹੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਆਜੋ। ਸੋ ਹੁਣ ਅਸੀਂ ਇੱਥੇ ਪਹੁੰਚ ਚੁੱਕੇ ਹਾਂ ਤੇ ਇੱਥੇ ਹੁਣ ਐਕਸਰਸਾਈਜ਼ ਕਰ ਰਹੇ ਨੇ ਪੰਕਜ ਜੀ। ਉਹਨਾਂ ਨੂੰ ਡਿਸਟਰਬ ਕਰਦੇ, ਤੁਹਾਨੂੰ ਤਾਂ ਪਤਾ ਕਿ ਨੀਲਮ ਕੁਈਨ ਨੂੰ ਉਹਨਾਂ ਨੂੰ ਡਿਸਟਰਬ ਕਰਨ ਦਾ ਮਜ਼ਾ ਬਹੁਤ ਆਉਂਦਾ ਆ। ਦੇਖੋ ਪੰਕਜ ਜੀ, ਹੈਲੋ ਮੈਮ, ਕਿਵੇਂ ਹੋ? ਵਧੀਆ ਜੀ, ਤੁਸੀਂ ਸੁਣਾਓ? ਬਸ ਕਰੋ, ਕਿੰਨੀ ਕੁ ਐਕਸਰਸਾਈਜ਼ ਕਰ ਹੋਰ ਕਿਵੇਂ ਹੋ? ਵਧੀਆ ਜੀ, ਤੁਸੀਂ ਸੁਣਾਓ? ਬਹੁਤ ਵਧੀਆ। ਹੁਣ ਕਰੀਏ ਫਿਰ ਗੱਲਾਂ ਬਾਤਾਂ। ਜ਼ਰੂਰ। ਤੁਹਾਡੇ ਸ਼ਾਰਟ ਤਾਂ ਅਸੀਂ ਦਿਖਾਤੇ ਆ। ਹਾਂਜੀ। ਆਪਾਂ ਇੱਥੇ ਬਹਿ ਜਾਈਏ? ਆਜੋ ਜੀ, ਹੈਵ ਅ ਸੀਟ। ਹਾਂ ਚਲੋ ਬੈਠੋ ਜੀ। ਹੋਰ ਕਿਵੇਂ, ਠੀਕ ਹੋ? ਵਧੀਆ। ਮਸਲ ਬਿਲਕੁਲ ਠੀਕ ਹੈ? ਬਸ ਚੱਲੀ ਜਾਂਦਾ ਜੀ, ਲਾ ਰਹੇ ਹਾਂ ਜ਼ੋਰ। ਅਸੀਂ ਤੁਹਾਡੀ ਅੱਛੀ ਬੋਡੀ ਦੇਖੀ ਹੈ ਇੰਸਟਾਗ੍ਰਾਮ ਦੇ ਉੱਤੇ, ਤੇ ਤੁਸੀਂ ਉਹਦੇ ਪਿੱਛੇ ਮਿਹਨਤ ਕਿੰਨੀ ਕੀਤੀ, ਅਸੀਂ ਉਹਦੇ ਬਾਰੇ ਗੱਲਾਂ ਬਾਤਾਂ ਕਰਨੀ ਆ। ਕਦੋਂ ਤੁਹਾਨੂੰ ਹੋਇਆ ਕਿ ਹਾਂ ਤੁਸੀਂ ਇਸ ਲਾਈਨ ਵੱਲ ਆਉਣਾ ਆ, ਮਸਲ ਅੱਛੇ ਬਣਾਉਣੇ ਆ, ਜਿਮ ਓਪਨ ਕਰਨਾ ਆ? ਬੇਸਿਕਲੀ ਜਦ ਵੀ ਅਸੀਂ ਕਾਲਜ ਵਗੈਰਾ 'ਚ ਹੁੰਦੇ ਆ, ਸਕੂਲ 'ਚ ਹੁੰਦੇ, ਹਰ ਮੁੰਡੇ ਦਾ ਡ੍ਰੀਮ ਹੁੰਦਾ ਕਿ ਹਾਂ ਵੀ ਬੋਡੀ ਵਧੀਆ ਦਿਖੇ, ਅੱਛੀ ਬੋਡੀ ਹੋਵੇ, ਲੋਕਾਂ 'ਚ ਦਿਖੇ ਕਿ ਕੋਈ ਤੁਹਾਨੂੰ ਕਵੇ ਹਾਂ ਵੀ ਤੁਸੀਂ ਬਹੁਤ ਵਧੀਆ ਲੱਗ ਰਹੇ ਹੋ, ਹੈ ਨਾ। ਤਾਂ ਉਹ ਸੈਂਟਰ ਆਫ ਅਟਰੈਕਸ਼ਨ ਪਾਉਣ ਲਈ ਨਾ, ਲੋਕਾਂ ਦੇ ਵਿੱਚ ਦਿਖਣ ਲਈ ਇਹ ਚਸਕਾ ਜਿਹਾ ਪਿਆ ਕਿ ਹਾਂ ਵੀ ਬੋਡੀ ਬਣਾਉਣੀ ਹੈ। ਜਦ ਸਕੂਲ 'ਚ ਗਏ ਤਾਂ ਠੀਕ ਹੈ, ਨਾਰਮਲ ਸਾਰੇ ਬੱਚੇ ਰਲ ਮਿਲ ਕੇ ਰਹਿ ਰਹੇ ਸੀ। ਕਾਲਜ ਜਾਣ ਤੋਂ ਬਾਅਦ ਜ਼ਿਆਦਾ ਚਸਕਾ ਚੜਿਆ, ਉਦੋਂ ਜ਼ਿਆਦਾ ਚਾਹ ਹੋ ਗਿਆ ਕਿ ਯਾਰ ਇੱਥੇ ਦਿਖਣਾ ਹੈ। ਇਦਾਂ ਵੀ ਹੁੰਦਾ ਨਾ ਜਦੋਂ ਕਾਲਜ ਦੇ ਵਿੱਚ ਕਿਸੇ ਹੋਰ ਨੂੰ ਅਸੀਂ ਫਿੱਟ ਦੇਖਦੇ ਆ ਤੇ ਫਿਰ ਉਦੋਂ ਜ਼ਿਆਦਾ ਕ੍ਰੇਵਿੰਗ ਹੁੰਦੀ ਕਿ ਅਸੀਂ ਕਦੋਂ ਇਦਾਂ ਦੇ ਹੋਣਾ। ਕਿਉਂਕਿ ਉਹ ਜਦ ਬੰਦਾ ਤੁਰ ਰਿਹਾ ਹੁੰਦਾ, ਸਾਰੇ ਉਹਦੇ ਵੱਲ ਦੇਖਦੇ ਆ, ਉਹ ਵਧੀਆ ਲੱਗਦਾ, ਹਾਂ ਯਾਰ ਇਹਨੂੰ ਸਾਰੇ ਦੇਖ ਰਹੇ, ਮੈਨੂੰ ਵੀ ਦੇਖਣ ਨਾ, ਤਾਂ ਗੱਲ ਕੁਛ ਹੋਰ ਹੋਏਗੀ। ਤੇ ਫਿਰ ਕਦੋਂ ਇਹ ਕਾਲਜ ਲਾਈਫ ਤੋਂ ਹੀ ਸ਼ੁਰੂ ਕਰ ਲਿਆ? ਇਹ ਬੇਸਿਕਲੀ ਹੁਣ ਮੈਨੂੰ ਬੋਡੀ ਬਿਲਡਿੰਗ ਜਾਂ ਜਿਮ ਕਰਦੇ ਹੋ ਗਏ 7 ਤੋਂ 8 ਸਾਲ ਹੋ ਗਏ। 7 ਤੋਂ 8 ਸਾਲ ਹੋ ਗਏ ਹੈ। ਤੇ ਪ੍ਰੋਫੈਸ਼ਨਲੀ ਮੈਨੂੰ 5 ਸਾਲ ਹੋ ਗਏ ਇਸ ਲਾਈਨ 'ਚ ਕੰਪੀਟ ਕਰਦੇ। ਤੇ ਪਹਿਲਾ ਕੰਪੀਟੀਸ਼ਨ ਮੈਂ ਕਰਿਆ ਸੀ 2017 ਵਿੱਚ, ਜਦ ਮੈਂ ਸੀਗਾ 19 ਸਾਲ ਦਾ। ਤਾਂ ਕਦੀ ਸੋਚਿਆ ਨਹੀਂ ਸੀ ਕਿ ਬੋਡੀ ਬਿਲਡਿੰਗ 'ਚ ਜਾਣਾ ਹੈ, ਕੰਪੀਟੀਸ਼ਨ ਕਰਨਾ। ਇਹ ਸੀਗਾ ਕਿ ਫਿਟਨੈਸ ਰਹਿਣਾ, ਫਿਟ ਹੋਣਾ ਹੈ, ਕਿ ਇਦਾਂ ਨਾ ਜੋ ਟੌਰ ਰਹੇ, ਗੁੱਡ ਲੁਕਿੰਗ ਟੌਰ ਰਹੇ ਲੋਕਾਂ 'ਚ ਨਾ, ਇਦਾਂ ਸੀਗਾ। ਇਹ ਬੋਡੀ ਬਿਲਡਿੰਗ ਬਸ ਕਿਸੇ ਨੇ ਪੰਪ ਦੇਤਾ, ਸਟੇਜ ਤੇ ਚੜ ਗਏ। ਯਾਰਾਂ ਦੋਸਤਾਂ ਦੇ ਪੰਪਾਂ 'ਚ ਬੇਸਿਕਲੀ ਹੋਇਆ ਕਿ ਇੱਕ ਜਿਮ 'ਚ ਗਏ, ਉੱਥੇ ਸੀਗੇ ਟ੍ਰੇਨਰ ਸੀਗੇ ਸਾਡੇ, ਉਹਨਾਂ ਨੇ ਕਿਹਾ ਕਿ ਵੀ ਬੋਡੀ ਵਧੀਆ ਸਟੇਜ ਤੇ ਚੜਦਾ। ਉਹ ਮੈਂ ਕਿਹਾ ਨਹੀਂ ਭਾਜੀ, ਸਾਡੇ ਕਿਤੇ ਬਸ ਦੀ ਗੱਲ, ਕਿਉਂਕਿ ਨਾ 8ਵੀਂ ਤੋਂ ਕਦੀ ਕੋਈ ਸਟੇਜ ਤੇ ਚੜੇ, 5ਵੀਂ ਕਲਾਸ ਤੋਂ ਬਾਅਦ ਕੀ ਸਟੇਜ ਦੇਖਿਆ ਹੀ ਨਹੀਂ ਸੀ। ਕੌਨਫੀਡੈਂਸ ਨਹੀਂ ਸੀ, ਫੋਬੀਆ ਵੀ ਹੁੰਦਾ ਨਾ ਕਿ ਸਟੇਜ ਤੇ ਨਹੀਂ ਚੜ ਸਕਦੇ। ਹਾਂ, ਕੌਨਫੀਡੈਂਸ ਨਹੀਂ ਸੀਗਾ, ਫੇਲਿਅਰ ਐਸ਼ ਕਰਨ ਵਾਲੇ ਬੰਦੇ ਸੀਗੇ। ਉਸ ਤੋਂ ਬਾਅਦ ਕੀ ਹੋਇਆ, ਜਦ ਪੰਪ ਚੜਿਆ, ਪਹਿਲੀ ਵਾਰ ਸਟੇਜ ਤੇ ਚੜੇ, 골ਡ ਮੈਡਲ ਆਇਆ, ਤਾਂ ਜਾ ਕੇ ਥੋੜਾ ਚਸਕਾ ਜਿਹਾ ਲੱਗਿਆ, ਯਾਰ ਕੁਛ ਤਾਂ ਹੈ, ਮੋਟੀਵੇਸ਼ਨ ਮਿਲੀ। ਘਰਦਿਆਂ ਨੇ ਜਿਹੜੇ ਨਲਾਇਕ ਕਹਿੰਦੇ ਸੀਗੇ
ਪਹਿਲੀ ਵਾਰ ਕਰਦੇ ਨੇ ਤਾਰੀਫ ਕੀਤੀ, ਹਾਂ ਵੀ ਸਾਡਾ ਮੁੰਡਾ ਵੀ ਕੁਝ ਕਰ ਰਿਹਾ ਹੈ। ਅੱਛਾ, ਤੇ ਫਿਰ ਤੁਸੀਂ ਇਹ ਪਲਾਨ ਉਦੋਂ ਹੀ ਬਣਾ ਲਿਆ ਸੀ ਕਿ ਇਸੇ ਲਾਈਨ ਨੂੰ ਕੰਟੀਨਿਊ ਕਰਨਾ? ਬਿਲਕੁਲ ਬਿਲਕੁਲ। ਉਹ ਜਿਹੜਾ ਕੀੜਾ ਸੀਗਾ ਨਾ ਸਟੇਜ ਦਾ, ਜਦ ਲੋਕੀ ਤੁਹਾਡੇ ਲਈ ਰੌਲਾ ਪਾਉਂਦੇ ਆ, ਤੁਹਾਡੇ ਲਈ ਹੂਟਿੰਗ ਹੁੰਦੀ ਹੈ, ਉਹ ਅਲੱਗ ਹੀ ਦਿਲ ਤੇ ਹਿੱਟ ਕਰਿਆ। ਬਸ ਉਸ ਦਿਨ ਦਾ ਹੋ ਗਿਆ ਕਿ ਹੁਣ ਇਹੀ ਹੈ ਜੋ ਵੀ ਹੈ, ਹੁਣ ਕਰਨਾ ਹੀ ਕਰਨਾ ਹੈ। ਤੁਸੀਂ ਕਹਿੰਦੇ ਹੋਣੇ ਕਿ ਇਹ ਤਾਂ ਬਸ ਆਪਣੀ ਬੋਡੀ ਫਿੱਟ ਬਣਾ ਲਓ, ਲੋਕੀ ਤੁਹਾਨੂੰ ਲਾਈਕ ਕਰਦੇ ਆ, ਤੇ ਤੁਹਾਡੀ ਇੰਸਟਾਗ੍ਰਾਮ ਦੇ ਉੱਤੇ ਵੀ ਵਾਵਾ ਤੁਹਾਨੂੰ ਮੈਸੇजेस ਆਉਂਦੇ ਨੇ ਕਿਉਂਕਿ ਤੁਹਾਡੀ ਬੈਕ ਟੂ ਬੈਕ ਫਿਟਨੈਸ ਵਾਲੀਆਂ ਜਿਹੜੀਆਂ ਅਸੀਂ ਦੇਖਦੇ ਆ ਵੀਡੀਓਜ਼, ਫੋਟੋਜ਼। ਇੰਸਟਾਗ੍ਰਾਮ ਦੇ ਫੈਮਿਲੀ ਨੇ ਵੀ ਬਹੁਤ ਸਪੋਰਟ ਦਿਆ, ਕਿਉਂਕਿ ਇਹ ਜਿਹੜਾ ਅਕਾਊਂਟ ਜਿਹੜਾ ਤੁਸੀਂ ਹੁਣ ਦੇਖ ਰਹੇ ਹੋ, ਇਹ ਦੂਜਾ ਅਕਾਊਂਟ ਹੈ ਮੇਰਾ। ਓਕੇ। ਇਸ ਤੋਂ ਪਹਿਲਾਂ ਜਿਹੜਾ ਅਕਾਊਂਟ ਸੀਗਾ ਉਹ 50-60K ਤੇ ਜਾ ਕੇ ਬੰਦ ਹੋ ਗਿਆ ਸੀ ਡਿਊ ਟੂ ਸਮ ਰੀਜ਼ਨਸ। ਤੇ ਉਸ ਤੋਂ ਬਾਅਦ ਵੀ 1 ਸਾਲ 'ਚ ਇਹ ਅਕਾਊਂਟ ਗਰੋ ਹੋਇਆ, ਲੋਕਾਂ ਨੇ ਬਹੁਤ ਪਿਆਰ ਦਿਆ, ਆਪਣੇ ਸਾਰੇ ਇੰਡੀਆ ਦੇ ਬਾਹਰ ਦੇ ਬਹੁਤ ਵਧੀਆ ਨੇ ਲੋਕ, ਹੁਣ ਦੁਬਾਰਾ ਸਪੋਰਟ ਕਰਿਆ। ਇੰਸਟਾਗ੍ਰਾਮ ਫੈਮਿਲੀ ਦੀ ਗੱਲ ਕੀਤੀ ਹੈ, ਜੇ ਅਸੀਂ ਗੱਲ ਕਰੀਏ ਤੁਹਾਡੀ ਫੈਮਿਲੀ ਦੀ, ਉਹਨਾਂ ਦੀ ਸਪੋਰਟ ਕਿੰਨੀ ਹੈ? ਕਿ ਉਹਨਾਂ ਨੇ ਕਿਹਾ ਕਿ ਇਹ ਥੋੜੋ ਕੋਈ ਲਾਈਨ ਹੈ ਇਹਦੇ 'ਚ ਤੁਸੀਂ ਕੀ ਫਿਊਚਰ ਬਣਾਓਗੇ, ਕਿਉਂਕਿ ਪੇਰੈਂਟਸ ਦਾ ਹੁੰਦਾ ਕਿ ਮੁੰਡਾ ਸਾਡਾ ਡਾਕਟਰ ਬਣੇ, ਇੰਜੀਨੀਅਰ ਬਣੇ, ਵਧੀਆ ਸੈਟਲ ਹੋਵੇ। ਬਿਲਕੁਲ ਜੀ। ਉਹਨਾਂ ਦਾ ਕੀ ਰਿਐਕਸ਼ਨ ਸੀ ਜਦੋਂ ਤੁਸੀਂ ਉਹਨਾਂ ਨੂੰ ਕਿਹਾ ਜਾਂ ਉਹਨਾਂ ਨੂੰ ਪਤਾ ਲੱਗਾ ਕਿ ਸਾਡਾ ਕਾਕਾ ਤਾਂ ਇੱਧਰ ਹੈ? ਇਹ ਸਾਰੇ ਘਰਦਿਆਂ ਦੀ ਸਟੋਰੀ ਸੇਮ ਹੀ ਹੈ, ਕੋਈ ਸਪੋਰਟ ਨਹੀਂ ਹੁੰਦਾ ਸਟਾਰਟਿੰਗ 'ਚ, ਕੁਝ ਵੀ ਨਹੀਂ, ਕਿਉਂਕਿ ਮੈਂ ਜੀ ਕੀਤੀ ਹੈ ਨਾਨ ਮੈਡ। ਉਸ ਤੋਂ ਬਾਅਦ ਮੈਂ ਇੰਜੀਨੀਅਰਿੰਗ 'ਚ ਗਿਆ, ਮੈਂ ਇੰਜੀਨੀਅਰਿੰਗ ਡ੍ਰੌਪ ਕੀਤੀ। ਉਸ ਤੋਂ ਬਾਅਦ ਮੈਂ ਬੈਚਲਰਸ ਕੰਪਿਊਟਰ ਐਪਲੀਕੇਸ਼ਨ ਕੀਤੀ DAV ਤੋਂ। ਤਾਂ ਘਰਦਿਆਂ ਨੂੰ ਜਿਮ ਤਾਂ ਇਹ ਹੁੰਦਾ ਸੀ, ਮਤਲਬ ਮੇਰੇ ਮੰਮਾ ਥੋੜੇ ਸਪੋਰਟਿਵ ਸੀਗੇ, ਉਹ ਛੁਪ ਕੇ ਪੈਸੇ ਦਿੰਦੇ ਸੀਗੇ, ਹਾਂ ਵੀ ਲੈ ਜਾ, ਮੰਮੀਆਂ ਸਪੋਰਟ ਕਰਦੀਆਂ। ਤੇ ਡੈਡ ਵੱਲੋਂ ਤਾਂ ਡੈਡ ਗਵਰਨਮੈਂਟ ਜੌਬ ਸੀਗੇ, ਤੇ ਉਹਨਾਂ ਨੂੰ ਸੀਗਾ ਮੁੰਡਾ ਸਾਡਾ ਇੰਜੀਨੀਅਰ ਬਣੇ, ਹੈ ਨਾ। ਤਾਂ ਕੀ ਹੋਇਆ ਕਿ ਉਧਰੋਂ ਦਾ ਸਪੋਰਟ ਆ ਨਹੀਂ ਰਿਹਾ ਸੀ ਡੈਡ ਵੱਲੋਂ, ਬਟ ਮੰਮਾ ਨੇ ਥੋੜਾ ਪੁਸ਼ ਕੀਤਾ ਛੁਪ ਕੇ ਕਦੀ ਪੈਸੇ ਦਿੱਤੇ, ਡਾਈਟ ਲਈ ਪੈਸੇ ਦਿੱਤੇ। ਤਾਂ ਇਨ ਦੀ ਐਂਡ ਜਾ ਕੇ ਕਿਤੇ ਨਾ ਕਿਤੇ ਗੱਲ ਬਣਦੀ ਗਈ ਤੇ ਆਪਾਂ ਇੱਥੇ ਪਹੁੰਚ ਗਏ ਜੀ। ਤੇ ਮੰਮੀ ਦੀ ਸਪੋਰਟ ਤਾਂ ਸ਼ੁਰੂ ਤੋਂ ਰਹੀ, ਫਿਰ ਬਾਪੂ ਜੀ ਕਦੋਂ ਮੰਨੇ? ਬਾਪੂ ਜੀ ਤਾਂ ਹਾਲੇ ਵੀ ਮੰਨ ਤਾਂ ਗਏ ਨੇ, ਪਰ ਇੰਨਾ ਸ਼ੋਅ ਨਹੀਂ ਕਰਦੇ। ਸਾਰੇ ਡੈਡੀਆਂ ਦੀ ਇੱਕੋ ਹੀ ਸਕੀਮ ਹੁੰਦੀ ਹੈ, ਸ਼ੋਅ ਨਹੀਂ ਕਰਦੇ, ਦਿਲ ਤੋਂ ਬਹੁਤ ਕਰਦੇ ਆ। ਬਿਲਕੁਲ, ਉੱਪਰੋਂ ਕਠੋਰ, ਅੰਦਰੋਂ ਬਿਲਕੁਲ ਨਰਮ। ਬਿਲਕੁਲ ਜੀ, ਬਿਲਕੁਲ। ਤੇ ਸਟਾਰਟਿੰਗ 'ਚ ਤਾਂ ਇਦਾਂ ਹੀ ਹੋਇਆ ਕਿ ਜਦ ਜਿਮ ਵਾਲੀ ਲਾਈਨ 'ਚ ਪੈ ਗਏ, ਡੈਡੀ ਦਾ ਸਪੋਰਟ ਤਾਂ ਸੀਗਾ ਨਹੀਂ, ਕਿਉਂਕਿ ਇਸ ਲਾਈਨ 'ਚ ਥੋੜਾ ਡਾਈਟ ਦਾ ਬੜਾ ਖਰਚਾ ਰਹਿੰਦਾ ਹੈ, ਸਾਰੀ ਚੀਜ਼ਾਂ ਦਾ ਖਰਚਾ ਰਹਿੰਦਾ ਹੈ। ਤਾਂ ਮੈਂ ਕੀ ਕਰਦਾ ਸੀ, ਜਦ ਗੱਡੀ ਹੁੰਦੀ ਸੀ, ਗੱਡੀ ਮੈਂ ਖੜਾ ਦੇਣੀ, ਯਾਰ ਦੋਸਤਾਂ ਨਾਲ ਜਾਣਾ ਕਿ ਪੈਟਰੋਲ ਦੇ ਪੈਸੇ ਬਚਣਗੇ, ਹੈ ਨਾ, ਆਂਡੇ ਖਾ ਲਾਂਗਾ ਸ਼ਾਮੀ ਇਹਦੇ ਨਾਲ, ਹੈ ਨਾ। ਤਾਂ ਇਦਾਂ ਕਰਕੇ ਸੇਵਿੰਗਸ ਕੀਤੀ। ਮੈਨੂੰ ਹਲੇ ਵੀ ਯਾਦ ਹੈ ਜਦੋਂ ਮੈਂ ਪਹਿਲਾਂ ਸਪਲੀਮੈਂਟ ਲਿਆ ਸੀ, ਉਹ 850 ਰੁਪਏ ਦਾ ਸੀਗਾ, ਤੇ ਮੈਂ ਫਰਸਟ ਈਅਰ ਜਾ ਕੇ ਮਤਲਬ ਇਦਾਂ ਆਇਆ ਸੀ ਕਿ 1000 ਰੁਪਏ ਸੀਗੇ ਮੇਰੇ ਕੋਲ। ਤੇ ਮੈਨੂੰ ਮੁੰਡੇ ਨੇ ਕਿਹਾ ਇੱਕ 900 ਦਾ ਹੈ ਤੇ ਇੱਕ 650 ਦਾ ਹੈ। ਤਾਂ ਮੈਂ ਉਸ ਟਾਈਮ ਵੀ 650 ਦਾ ਲੈ ਕੇ ਚੱਲ 300 ਬਚਣਗੇ, ਅੰਡੇ ਖਾ ਲਾਂਗੇ। ਤਾਂ ਉਸ ਟਾਈਮ ਤੋਂ ਨਿਕਲ ਕੇ ਅੱਜ ਇੱਥੇ ਆਏ ਆ, ਆਪਣਾ ਜਿਮ ਹੈ, ਸਾਰਾ ਕੁਝ ਹੈ। ਬਟ ਇਹ ਤੁਸੀਂ ਅਰਨ ਕੀਤਾ ਨਾ, ਤੁਸੀਂ ਮਿਹਨਤ ਕੀਤੀ ਹੈ, ਐਗਜ਼ੈਕਟਲੀ। ਬਟ ਇਹ ਹੈ ਕਿ ਉਸ ਟਾਈਮ ਜਦ ਘਰਦਿਆਂ ਨੂੰ ਇਹ ਵੀ ਟੈਨਸ਼ਨ ਹੁੰਦੀ ਕਿ ਸਾਰੇ ਘਰਦਿਆਂ ਨੂੰ ਹੁੰਦੀ ਕਿ ਬੋਡੀ ਬਿਲਡਿੰਗ ਇਜ਼ ਨਾਟ ਅ ਲਾਈਨ ਕਿ ਜਿੱਥੇ ਤੁਸੀਂ ਅਰਨ ਕਰ ਸਕੋ, ਕਿਉਂਕਿ ਕੋਈ ਫਿਕਸ ਨਹੀਂ, ਫਿਊਚਰ ਨਹੀਂ ਹੈ। ਬੋਡੀ ਬਿਲਡਿੰਗ 'ਚ ਪੈਸਾ ਹਲੇ ਵੀ ਨਹੀਂ ਹੈ, ਇਨਡਾਇਰੈਕਟ ਕਮਾਈ ਹੈਗੀ ਹੈ, ਬਟ ਬੋਡੀ ਬਿਲਡਿੰਗ 'ਚ ਫਿਊਚਰ ਨਹੀਂ ਕਰਦੇ, ਸੋਚ ਨਹੀਂ ਸਕਦੇ ਕਿ ਹਾਂ ਮੁੰਡਾ ਬੋਡੀ ਬਣਾ ਕੇ ਪੈਸੇ ਕਮਾ ਰਿਹਾ ਹੈ ਨਾ। ਤਾਂ ਸਪੋਰਟ ਤਾਂ ਸੀਗਾ ਨਹੀਂ। ਉਸ ਤੋਂ ਬਾਅਦ ਜਦ ਬੋਡੀ ਬਿਲਡਿੰਗ ਵੀ ਸ਼ੁਰੂ ਹੋਈ, ਮੈਂ ਅਰਨ ਕਰਨ ਲੱਗਿਆ ਥੋੜਾ ਮੋਟਾ, ਘਰਦਿਆਂ ਨੂੰ ਖੁਸ਼ੀ ਹੋਣ ਲੱਗੀ ਕਿ ਆਪਣਾ ਖਰਚਾ ਚੱਕਣ ਲੱਗ ਗਿਆ, ਹਾਂ, ਕਿ ਤੇਲ ਦੇ ਨਹੀਂ ਮੰਗਦਾ, ਖਾਣੇ ਦੇ ਨਹੀਂ ਮੰਗਦਾ, ਘੁੰਮਣ ਦੇ ਨਹੀਂ ਮੰਗਦਾ। ਤਾਂ ਉਹਨੇ ਵੱਲੋਂ ਥੋੜੀ ਸਪੋਰਟ ਹੋਣ ਲੱਗੀ। ਬਟ ਫਿਰ ਵੀ ਇੱਕ ਡਰਾਬੈਕ ਇਹ ਸੀਗਾ ਨਾ, ਜਦ ਘਰ ਦੇ ਕਹਿੰਦੇ ਸੀ ਜਦ ਬਾਹਰ ਕਿਤੇ ਜਾਣਾ, ਬਹਿਣਾ, ਮਹਿਫਲਾਂ 'ਚ ਜਾਣਾ, ਤਾਂ ਡੈਡੀ ਸੀਗੇ ਮੇਰੇ ਇਸਰੋ 'ਚ, ਤਾਂ ਉਹਨਾਂ ਦੀ ਸਾਰੀ ਸੁਸਾਇਟੀ ਸੀਗੀ ਇੰਜੀਨੀਅਰਸ ਵਾਲੀ, ਉਹਨਾਂ ਦੇ ਮੁੰਡੇ ਸੀਗੇ ਇੰਜੀਨੀਅਰ ਸਾਰੇ, ਕੋਈ ਡਾਕਟਰ, ਕੋਈ ਕੁਛ। ਤਾਂ ਹੁਣ ਮੇਰੇ ਡੈਡੀ ਨਾ ਕਹਿੰਦੇ ਥੋੜੇ ਝਿਜਕਦੇ ਸੀਗੇ ਕਿ ਮੁੰਡਾ ਕੀ ਕਰਦਾ ਹੈ, ਬੋਡੀ ਬਿਲਡਿੰਗ ਕਰਦਾ ਹੈ। ਤਾਂ ਉਹਨਾਂ ਨੂੰ ਇਹ ਹੁੰਦਾ ਸੀ ਯਾਰ ਕਿ ਟ੍ਰੇਨਰ ਹੈ, ਕੋਚਿੰਗ ਦਿੰਦਾ ਹੈ। ਤਾਂ ਹਾਲੇ ਵੀ ਸਾਡੀ ਸੁਸਾਇਟੀ 'ਚ ਇਹ ਹੈ ਨਾ ਕਿ ਲੋਕਾਂ ਨੂੰ ਐਗਜ਼ੈਕਟਲੀ ਪਤਾ ਨਹੀਂ ਕਿ ਇੱਕ ਟ੍ਰੇਨਰ ਕਿੰਨਾ ਕੁ ਅਰਨ ਕਰਦਾ, ਕਿੰਨਾ ਕਰ ਸਕਦਾ ਹੈ ਨਾ। ਤਾਂ ਉਧਰੋਂ ਜਾ ਕੇ ਫਿਰ ਮੈਨੂੰ ਹੋਇਆ ਕਿ ਨਹੀਂ ਯਾਰ ਕਿ ਆਈ ਐਮ ਅਰਨਿੰਗ ਗੁੱਡ, ਮੈਂ ਵਧੀਆ ਕਮਾ ਰਿਹਾ, ਬਟ ਇੱਕ ਘਰਦਿਆਂ ਦਾ ਲੈਵਲ ਵੀ ਸੈੱਟ ਕਰਨਾ ਕਿ ਉਹ ਬਾਹਰ ਜਾ ਕੇ ਕਹਿ ਸਕਣ ਕਿ ਮੁੰਡਾ ਕੁਝ ਕਰ ਰਿਹਾ ਹੈ, ਪ੍ਰਾਊਡਲੀ ਕਹਿ ਸਕਣ। ਤਾਂ ਫਿਰ ਜਿਮ ਦਾ ਡਿਸਾਈਡ ਕੀਤਾ ਮੈਂ ਕਿ ਜਿਮ ਖੋਲਾਂਗਾ, ਕਿ ਹੁਣ ਘਰ ਦੇ ਕਹਿ ਸਕਦੇ ਕਿ ਹਾਂ ਮੁੰਡੇ ਦਾ ਆਪਣਾ ਜਿਮ ਹੈ, ਆਪਣਾ ਜਿਮ ਹੈ। ਤਾਂ ਇਧਰੋਂ ਹੁਣ ਫੁੱਲ ਸਪੋਰਟ ਆ। ਚਲੋ ਵਧੀਆ ਗੱਲ ਆ ਕਿ ਹੁਣ ਤੁਹਾਨੂੰ ਸਪੋਰਟ ਹੈਗੀ। ਤੁਸੀਂ ਡਾਈਟ ਦੀ ਗੱਲ ਕੀਤੀ ਸੀਗੀ ਕਿ 600 ਵਾਲਾ ਤੁਸੀਂ ਸਪਲੀਮੈਂਟ ਲਿਆ ਤਾਂ ਕਿ ਉਹਦੇ ਤੋਂ ਬਾਅਦ ਤੁਸੀਂ ਅੰਡੇ ਲਈ ਪੈਸੇ ਬਚਾ ਸਕੋ। ਤੇ ਇਹਦੀ ਜੇ ਡਾਈਟ ਦੀ ਹੀ ਗੱਲ ਕਰੀਏ, ਕਿਉਂਕਿ ਕਈਆਂ ਦਾ ਸੋਚਣਾ weight loss ਕਰਨਾ ਤਾਂ ਬਹੁਤ ਹੀ ਸੌਖਾ ਆ, ਖਾਣਾ ਛੱਡ ਦੋ, ਪਰ ਜਿਹੜਾ ਉਹਦੇ ਤੋਂ ਇਲਾਵਾ ਖਾਣਾ ਆ ਉਹ ਕਿੰਨਾ ਐਕਸਪੈਂਸਿਵ ਆ, ਜਾਂ ਕਿੱਦਾਂ ਤੁਸੀਂ ਉਸ ਚੀਜ਼ ਨੂੰ ਮੈਨੇਜ ਕੀਤਾ, ਜਾਂ ਕਰਦੇ ਹੋ ਜਾਂ ਕਰਨਾ ਚਾਹੀਦਾ ਵਾ ਬਾਕੀਆਂ ਨੂੰ? ਬੇਸਿਕਲੀ ਮੈਮ ਸਾਨੂੰ ਨਾ ਸਾਰਾ ਕੁਝ ਇੰਨਾ ਵੀ ਈਜ਼ੀ ਨਹੀਂ ਹੈ ਜਿੰਨਾ ਹੈਗਾ। weight loss ਕਰਨਾ ਬਹੁਤ ਸੌਖਾ ਹੈ, ਜਿੰਨਾ ਤੁਸੀਂ ਖਾਣਾ ਪੀਣਾ ਛੱਡਤਾ ਉਹ weight ਤੁਹਾਡਾ loss ਹੋ ਗਿਆ, ਉਹ ਵੀਕਨੈਸ ਹੋ ਗਈ, ਉਹ ਹੈਲਦੀ weight loss ਨਹੀਂ ਹੈ। ਤੇ ਬਾਅਦ 'ਚ ਤੁਸੀਂ ਜਦ ਖਾਣਾ ਸਟਾਰਟ ਕਰੋਗੇ, ਕਿੰਨੇ ਸਾਲ ਤੱਕ ਨਹੀਂ ਖਾ ਸਕਦੇ? 1 ਸਾਲ ਹੋ ਗਿਆ, 2 ਸਾਲ ਛੱਡ ਦੋਗੇ, 3 ਸਾਲ ਛੱਡ ਦੋਗੇ। ਜਦ ਖਾਣਾ ਸਟਾਰਟ ਕਰੋਗੇ, ਉਹ ਜਿੰਨਾ ਘਟਾਇਆ ਉਹਨਾਂ ਹੋਰ ਵਧੇਗਾ, ਉਹ ਉਸ ਤੋਂ ਜ਼ਿਆਦਾ ਵਧੇਗਾ, ਕਿਉਂਕਿ
ਸਾਡੀ ਬਾਡੀ ਬਹੁਤ ਸਮਾਰਟ ਹੈ। ਹਾਂ, ਸਾਡੀ ਬਾਡੀ ਇੰਨੀ ਸਮਾਰਟ ਹੈ ਕਿ ਉਹਨੂੰ 3 ਦਿਨ ਭੁੱਖਾ ਰੱਖੋ, ਚੌਥੇ ਦਿਨ ਉਹ ਏਦਾਂ ਰੇਲ ਬਣਾਏਗੀ ਨਾ, ਤੁਸੀਂ ਖਾਈ ਜਾਓਗੇ। ਜਿੱਦਾਂ ਇੱਕ ਨਾ ਜੋਕ ਵੀ ਮੈਂ ਨੈਟ ਦੇ ਉੱਤੇ ਪੜਿਆ ਸੀਗਾ ਕਿ ਜਿੱਦਾਂ ਵਾਇਰਲ, ਤੁਹਾਨੂੰ ਪਤਾ ਮੀਮ ਵਾਇਰਲ ਹੁੰਦੇ ਰਹਿੰਦੇ, ਉੱਤੇ ਮੈਂ ਪੜਿਆ ਸੀ, ਕਹਿੰਦਾ ਮੈਂ ਅੱਜ ਨਾ ਡਾਈਟਿੰਗ ਸ਼ੁਰੂ ਕਰ ਦਿੱਤੀ ਆ, ਜਿੱਥੇ ਮੈਂ 3 ਰੋਟੀਆਂ ਖਾਂਦਾ ਸੀ ਉੱਥੇ ਮੈਂ 1 ਖਾਧੀਆਂ, ਪਰ ਸਾਰੀ ਰਾਤ ਨੀਂਦ ਨਹੀਂ ਆਈ, ਫਿਰ ਮੈਂ 5-6 ਰੋਟੀਆਂ ਖਾ ਗਿਆ। ਬਿਲਕੁਲ ਆ ਚੀਜ਼ ਹੁੰਦੀ ਹੈ, ਇਹੀ ਗੱਲ ਹੈ। ਤੇ ਡਾਈਟ ਫਿਰ ਮੈਂ ਇਦਾਂ ਮੈਨੇਜ ਕਰਦਾ ਸੀ। ਹੁਣ ਕਰੇ ਇੱਕ ਤਾਂ ਇੱਕ ਹੋਰ ਗੱਲ ਹੈ, ਮੇਰੇ ਨਾਨ ਵੈਜ ਅਲਾਉਡ ਨਹੀਂ ਹੈ। ਹਾਂ, ਵੈਜੀਟੇਰੀਅਨ ਹੋ ਬਿਲਕੁਲ, ਮਤਲਬ ਮੇਰੇ ਮੰਮਾ ਡੈਡ ਖਾ ਲੈਂਦੇ ਆ, ਪਰ ਮੰਮਾ ਇਜ਼ ਲਾਈਕ ਮੰਮਾ ਬਿਲਕੁਲ ਨਹੀਂ ਖਾਂਦੇ, ਟੱਚ ਵੀ ਨਹੀਂ ਕਰਦੇ, ਦੇਖ ਵੀ ਨਹੀਂ ਸਕਦੇ। ਤਾਂ ਉਹ ਬੜੀ ਪ੍ਰੋਬਲਮ ਰਹੀ ਹੈ ਸ਼ੁਰੂ ਤੋਂ। ਤਾਂ ਹੁਣ ਮੈਂ ਉਸ ਟਾਈਮ ਮੈਂ ਕੀ ਕਰਦਾ ਸੀ, ਹੁਣ ਤਾਂ ਚਲੋ ਮੈਂ ਨਵੇਂ ਘਰ 'ਚ ਮੂਵ ਕਰ ਗਿਆ। ਪਹਿਲਾਂ ਆਪਾਂ ਇੱਕ ਸਟੋਵ ਲਿਆ ਸੀਗਾ, ਤਾਂ ਉਹ ਮੈਂ ਸਾਈਡ ਕਾਰਨਰ ਤੇ ਰੱਖ ਕੇ ਉੱਥੇ ਆਪਣਾ ਸਾਰੇ ਬਰਤਨ ਭਾਂਡੇ ਅਲੱਗ, ਮੰਜਣਾ ਵੀ ਆਪਣਾ ਅਲੱਗ ਰੱਖਿਆ ਕਿਚਨ ਤੁਸੀਂ। ਹਾਂ, ਨਾਨ ਵੈਜ ਅੰਦਰ ਆਂਦਾ ਸੀਗਾ ਸਾਈਡ ਤੋਂ, ਬਿਲਕੁਲ ਸਾਈਡ, ਬਾਹਰੋਂ ਬਾਹਰ, ਉੱਥੇ ਹੀ ਬਣਨਾ, ਉੱਥੇ ਹੀ ਖਾਣਾ। ਜੇ ਸਮੈਲ ਵੀ ਆ ਕੇ ਗਾਲਾਂ ਪੈਂਦੀਆਂ ਸੀ, ਕੀ ਕਰ ਰਹੇ ਹੋ, ਸਮੈਲ ਆ ਰਹੀ ਹੈ, ਕੁਛ ਨਹੀਂ, ਬਸ ਹੋ ਗਿਆ ਆਪਣਾ ਕੰਮ ਖਤਮ। ਤਾਂ ਡਾਈਟ ਮੈਨੇਜ ਬਹੁਤ ਇਹ ਹੈ ਕਿ ਡਾਈਟ ਜੇ ਤੁਸੀਂ ਕਰਨੀ ਹੈ, ਤੁਸੀਂ ਇਹ ਨਹੀਂ ਕਰਨਾ ਕਿ ਰੋਟੀਆਂ ਛੱਡਤੀ, ਰਾਈਸ ਛੱਡਤੇ, ਤੁਸੀਂ ਬੈਲੈਂਸਡ ਖਾਣਾ ਹੈ। ਕਿ ਕੀ ਹੋਏਗਾ ਕਿ ਤੁਸੀਂ ਸਾਰਾ ਕੁਝ ਛੱਡੋਗੇ ਜਿਹੜਾ ਤੁਸੀਂ ਨਾਰਮਲ ਲਾਈਫ ਸਟਾਈਲ 'ਚ ਖਾ ਰਹੇ ਹੋ, ਬਾਅਦ 'ਚ ਵੀ ਤਾਂ ਖਾਣਾ ਹੀ ਪੈਣਾ ਹੈ, ਕਿੰਨੇ ਟਾਈਮ ਤੱਕ ਨਹੀਂ ਖਾ ਸਕਦੇ। ਤਾਂ ਇਹ ਕਿ ਚੀਜ਼ਾਂ ਘਟਾਓ, ਹੌਲੀ ਹੌਲੀ ਘਟਾਓ, ਜਿੰਨੀ ਲੋੜ ਹੈ ਉਨੀ ਘਟਾਓ, ਇਸ ਤੋਂ ਜ਼ਿਆਦਾ ਕਿਉਂ ਘਟਾਣੀ ਹੈ। ਤੁਸੀਂ ਕੋਚਿੰਗ ਦਿੰਦੇ ਹੋ ਕਿ weight lose ਕਰਨਾ, ਮਸਲ ਬਣਾਉਣੇ, ਹਰ ਤਰ੍ਹਾਂ ਦੀ, ਹੈ ਨਾ। ਜੇ ਅਸੀਂ weight lose ਦੀ ਹੀ ਗੱਲ ਕਰ ਰਹੇ, ਉਹਦੀ ਹੀ ਗੱਲ ਕਰਾਂ, ਤੇ ਉਹਦੇ ਵਿੱਚ ਕਿੱਦਾਂ ਇਹ ਚੀਜ਼, ਕਿਉਂਕਿ ਕਈਆਂ ਨੂੰ ਕਨਫਿਊਜ਼ਨ ਆ ਜਿਨ੍ਹਾਂ ਨੇ weight lose ਕਰਨਾ, ਖਾਸ ਕਰਕੇ ਕੁੜੀਆਂ ਨੂੰ, ਕਿਉਂਕਿ ਕੁੜੀਆਂ ਨੂੰ ਜ਼ਿਆਦਾ ਹੈ ਅੱਜ ਕੱਲ੍ਹ, ਮੋਟੀਆਂ ਛੇਤੀ ਹੋ ਜਾਂਦੀਆਂ ਜਾਂ ਲੂਜ਼ ਕਰਨਾ ਔਖਾ ਹੋ ਜਾਂਦਾ, ਫਿਰ ਉਹਨਾਂ ਨੂੰ ਪਤਾ ਨਹੀਂ ਲੱਗਦਾ ਕੈਲੋਰੀਜ਼ ਕਿੰਨੀਆਂ ਖਾਣੀਆਂ ਜਾਂ ਕਿਹਦੇ ਵਿੱਚ ਕੈਲੋਰੀਜ਼ ਆ, ਕਾਰਬਸ ਕਿੰਨੇ ਖਾਣੇ ਆ, ਇਹ ਚੀਜ਼ਾਂ ਉਹ ਕਿੱਦਾਂ ਸਮਝਣ। ਇਹ ਦੇਖੋ, ਪਹਿਲੀ ਗੱਲ ਤਾਂ ਇਹ ਕੈਲੋਰੀਜ਼ ਕਾਊਂਟ ਵਗੈਰਾ ਇਹ ਥੋੜਾ ਨਿਊਟ੍ਰੀਸ਼ਨਿਸਟ ਦਾ ਕੰਮ ਹੁੰਦਾ ਹੈ ਕਿ ਉਹਨਾਂ ਨੂੰ ਕੋਰਸ ਕਰਨੇ ਪੈਂਦੇ ਸਾਰਾ ਕੁਝ। ਜੇ ਤੁਸੀਂ ਇਹ ਕੋਰਸ ਵਗੈਰਾ ਨਹੀਂ ਕਰ ਰਹੇ, ਇੱਕ ਨਾਰਮਲ ਹਿਊਮਨ ਬੀਇੰਗ ਹੋ, ਮੇਰੀ ਸਭ ਤੋਂ ਸਿੱਧੀ ਸਲਾਹ ਇਹ ਹੁੰਦੀ ਹੈ ਕਿ ਤੁਸੀਂ ਆਪਣੇ ਡੇਲੀ ਇਨਟੇਕ, ਮਤਲਬ ਕਿ ਜਿਹੜਾ ਤੁਸੀਂ ਸਵੇਰੇ ਖਾ ਰਹੇ ਹੋ, ਸ਼ਾਮੀ ਖਾ ਰਹੇ ਹੋ ਤੇ ਰਾਤੀ ਖਾ ਰਹੇ ਹੋ, ਉਹ ਕਾਊਂਟ ਹੀ ਕਰ ਲਓ ਕਿ ਕਿੰਨਾ ਕੁ ਖਾ ਰਹੇ ਹੋ। ਤੁਸੀਂ 1 ਬੋਲ ਖਾ ਰਹੇ ਹੋ ਤਾਂ ਉਹਨੂੰ 1 ਬੋਲ ਹੀ ਰੱਖੋ ਸਵੇਰ ਦਾ, ਸ਼ਾਮ ਦਾ 2 ਬੋਲ ਖਾ ਰਹੇ ਹੋ 2 ਬੋਲ ਰੱਖੋ, ਦੁਪਹਿਰ ਦੀ 3 ਰੋਟੀਆਂ ਤਾਂ 3 ਹੀ ਰੱਖੋ। ਉਹ ਚੀਜ਼ ਕਨਸਟੈਂਟਲੀ ਸੇਮ ਅਮਾਊਂਟ ਤੁਸੀਂ 1 ਵੀਕ ਚਲਾ ਕੇ ਦੇਖੋ, ਤੁਹਾਨੂੰ ਲੱਗਦਾ ਤੁਹਾਡਾ weight ਗੇਨ ਹੋ ਰਿਹਾ ਜਾਂ ਸਟੇਬਲ ਹੋ ਉੱਥੇ ਹੀ ਜਾਂ ਘਟ ਰਿਹਾ ਹੈ, ਉਸ ਹਿਸਾਬ ਨਾਲ ਅੱਗੇ ਨੈਕਸਟ ਵੀਕ ਡਿਸਾਈਡ ਕਰੋ। ਤੁਹਾਨੂੰ ਲੱਗਦਾ ਕਿ ਇਸ ਤੇ ਮੇਰਾ weight ਸੇਮ ਹੀ ਆ ਰਿਹਾ ਕਿ ਇੰਨਾ ਅਮਾਊਂਟ ਜੇ ਮੈਂ ਖਾ ਰਹੀ ਹਾਂ ਤਾਂ ਮੇਰਾ weight ਸੇਮ ਹੈ, ਉਸ ਦੀ ਕਰੋ। 1 ਕੋਲੀ ਦੀ 2 ਗੋਲੀਆਂ ਖਾ ਰਹੇ ਤੁਸੀਂ ਸ਼ਾਮੀ, ਉਹ 1 ਕੋਲੀ ਕਰ ਦਿਓ, ਥੋੜੀ ਕੁਆਂਟੀਟੀ ਨਾ ਪੂਰੇ ਦਿਨ ਦੀ ਘਟਾ ਦਿਓ, ਨੈਕਸਟ ਵੀਕ ਤੁਹਾਡਾ 100% weight ਡ੍ਰੌਪ ਹੋਏਗਾ। ਜੀ ਇਹ ਆਟੋਮੈਟਿਕਲੀ ਤੁਸੀਂ ਕੈਲੋਰੀ ਡੈਫਿਸਿਟ 'ਚ ਚਲੇ ਗਏ ਹੋ। ਜੀ, ਤੇ ਜੇ ਮੈਂ ਮੁੰਡਿਆਂ ਦੀ ਗੱਲ ਕਰਾਂ, ਮੁੰਡਿਆਂ ਨੂੰ ਜਿੱਦਾਂ ਤੁਸੀਂ ਕਿਹਾ ਕਿ ਸਕੂਲ ਟਾਈਮ ਤੇ ਚਾਹ ਹੁੰਦਾ ਹੈ ਕਿ ਵਧੀਆ ਹੈ ਨਾ ਲੁੱਕ ਹੋਵੇ, ਬਾਡੀ ਅੱਛੀ ਹੋਵੇ, ਸਾਰੇ ਤੁਹਾਡੇ ਵੱਲ ਦੇਖਣ, ਹੈ ਨਾ, ਦੂਰੋਂ ਹੀ ਆਉਂਦਾ ਪੰਕਜ ਦਿਖਦਾ ਪਿਆ, ਹੈ ਨਾ। ਇਹ ਹਰ ਕਿਸੇ ਦੀ ਥਿੰਕਿੰਗ, ਖਾਸ ਕਰਕੇ ਮੁੰਡਿਆਂ ਨੂੰ ਹੁੰਦਾ ਕਿ ਜਿੱਦਾਂ ਫੋਰ ਐਗਜ਼ਾਮਪਲ ਤੁਹਾਨੂੰ ਵੀ ਕਾਫੀ ਜਣੇ ਫੋਲੋ ਕਰਦੇ ਆ, ਉਹਨਾਂ ਨੂੰ ਹੋਊਗਾ ਕਿ ਪੰਕਜ ਵਰਗੀ ਬਾਡੀ ਕਿੱਦਾਂ ਬਣੂਗੀ। ਪਰ ਉਸ ਚੱਕਰ ਦੇ ਵਿੱਚ ਮੈਂ ਇਹ ਕੁਐਸਚਨ ਹਰ ਕਿਸੇ ਤੋਂ ਕਰਦੀ ਜਿਨ੍ਹਾਂ ਨਾਲ ਫਿਟਨੈਸ ਦੀ ਇੰਟਰਵਿਊ ਕਰਦੀ ਆ, ਉਸ ਚੱਕਰ ਦੇ ਵਿੱਚ ਕੁਝ ਨਾ ਕੁਝ ਗਲਤ ਖਾ ਲੈਂਦੇ ਆ, ਸ਼ਾਰਟਕਟ ਅਪਣਾਉਣ ਦੀ ਕੋਸ਼ਿਸ਼ ਕਰਦੇ ਆ। ਇਹਦੇ ਬਾਰੇ ਤੁਹਾਡਾ ਕੀ ਪੁਆਇੰਟ ਆਫ ਵਿਊ ਆ? ਹੁਣ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਆਨਲਾਈਨ ਕਲਾਇੰਟਸ ਆਉਂਦੇ ਆ, ਸਾਰੇ ਆਉਂਦੇ ਆ, ਪਰ ਉਹਨਾਂ ਚੋਂ ਕਈ ਇਦਾਂ ਦੇ ਵੀ ਹੁੰਦੇ ਆ ਜਿਨ੍ਹਾਂ ਨੂੰ ਬਾਡੀ ਬਿਲਡਿੰਗ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ, ਜਿਨ੍ਹਾਂ ਦਾ ਪ੍ਰੋਫੈਸ਼ਨ ਨਹੀਂ ਹੈ, ਉਹ ਜਸਟ ਸ਼ਾਰਟਕਟਸ ਇਸ ਲਈ ਯੂਜ਼ ਕਰਨਾ ਚਾਹੁੰਦੇ ਕਿ ਉਹ ਛੇਤੀ ਰਿਜ਼ਲਟਸ ਪਾਣ। ਬਟ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਆਪਣੇ ਆਪ ਨੂੰ ਕਿਸੇ ਗਲਤ ਜਗ੍ਹਾ ਤੇ ਲੈ ਕੇ ਜਾ ਰਿਹਾ, ਜਿਹੜੀ ਉਹਨਾਂ ਦੀ ਫੀਲਡ ਹੀ ਨਹੀਂ ਹੈ, ਉਸ ਤੱਕ 'ਚ ਜਾਣਾ ਕਿਉਂ ਹੈ। ਸਿੱਧੀ ਗੱਲ ਇਹ ਹੈ ਕਿ ਦੇਖੋ, ਚੀਜ਼ਾਂ ਸਾਰੀ ਜੇ ਤੁਸੀਂ ਗਾਈਡੈਂਸ ਦੇ ਅੰਦਰ ਕਰਦੇ ਹੋ ਤਾਂ ਠੀਕ ਹੈ, ਬਟ ਇਨ ਦੀ ਐਂਡ ਉਹਦਾ ਸਾਈਡ ਇਫੈਕਟ ਤਾਂ ਹੈ ਹੀ ਹੈ। ਬਿਲਕੁਲ ਹੈ। ਤਾਂ ਜੇ ਤੁਸੀਂ ਜਨਰਲ ਫਿਟਨੈਸ 'ਚ ਹੋ ਤੇ ਤੁਹਾਡਾ ਕੋਈ ਮਤਲਬ ਹੀ ਨਹੀਂ ਹੈ ਕੰਪੀਟ, ਤੁਸੀਂ ਸਟੇਜ ਤੇ ਚੜ੍ਹਨਾ ਹੀ ਨਹੀਂ ਹੈ, ਤੁਸੀਂ ਕਿਹੜੀ ਕੰਪੀਟੀਸ਼ਨ, ਤੇ ਜਿਹੜੀ ਕੰਪੀਟੀਸ਼ਨ ਲਈ ਬਾਡੀ ਵੀ ਤੁਸੀਂ ਬਣਾਉਂਦੇ ਹੋ ਉਹ ਪਰਮਨੈਂਟ ਨਹੀਂ ਹੁੰਦੀ ਹੈ, ਉਹ ਸਿਰਫ ਜਿਸ ਟਾਈਮ ਤੱਕ ਤੁਸੀਂ ਸਟੇਜ ਤੇ ਹੋ, ਉਹ ਇੱਕ ਸਟੇਜ ਰੈਡੀ ਬਾਡੀ ਹੁੰਦੀ ਹੈ, ਉਹ ਤੁਸੀਂ ਇੱਕ ਪ੍ਰੈਪ ਕਰਦੇ ਹੋ, ਉਹ ਲਾਈਫ ਸਟਾਈਲ ਨਹੀਂ ਹੈ। ਤੁਸੀਂ ਬਾਡੀ ਬਣਾ ਰਹੇ ਹੋ ਥਰੂ ਆਊਟ ਦਾ ਈਅਰ, ਥਰੂ ਆਊਟ ਦਾ ਆਪਣੀ ਲਾਈਫ ਹੈਲਦੀ ਰਹਿਣ ਲਈ, ਵਧੀਆ ਦਿਖਣ ਲਈ। ਤੇ ਜੇ ਇੱਕ ਬਾਡੀ ਬਿਲਡਰ ਜਿਹੜੀਆਂ ਵੀ ਚੀਜ਼ਾਂ ਯੂਜ਼ ਕਰ ਰਿਹਾ, ਉਹ ਇੱਕ ਕੰਪੀਟੀਸ਼ਨ ਲਈ ਯੂਜ਼ ਕਰ ਰਿਹਾ, ਤੇ ਇਹ ਜਨਰਲ ਆਡੀਅנס ਬਾਡੀ ਬਿਲਡਿੰਗ ਨੂੰ ਮਿਕਸ ਕਰ ਦਿੰਦੀ ਹੈ ਆਪਸ 'ਚ। ਇਹ ਜਿਹੜੀ ਰੋਟੀ ਛੱਡਣ ਦੀ ਗੱਲਾਂ ਹੈ, ਨਮਕ ਛੱਡਣ ਦੀ, ਨੂਣ ਛੱਡਣ ਦੀ ਗੱਲਾਂ ਹੈ ਨਾ, ਇਹ ਸਾਰੀ ਬਾਡੀ ਬਿਲਡਿੰਗ ਤੋਂ ਆਈ ਹੈ। ਇੱਕ ਤਾਂ ਮੈਂ ਥੋੜੇ ਦਿਨ ਪਹਿਲਾਂ ਸੁਣਿਆ ਸੀ ਕਿਸੇ ਫਰੈਂਡ ਤੋਂ ਹੀ, ਕਹਿੰਦੇ ਕਿ ਮੈਨੂੰ ਪਤਾ ਲੱਗਾ ਜੇ ਮੈਂ 6 ਪੈਕ ਬਣਾਉਣੇ, ਮੈਨੂੰ ਪਾਣੀ ਵੀ ਛੱਡਣਾ ਪੈਣਾ। ਹਾਂ, ਇਹ ਉਹੀ ਚੀਜ਼ਾਂ ਨੇ ਜਿਹੜੀ ਬਾਡੀ ਬਿਲਡਿੰਗ ਤੋਂ ਲੋਕੀ ਮਿਕਸ ਕਰਦੇ ਆ। ਬੇਸਿਕਲੀ ਹੁੰਦਾ ਕੀ ਹੈ, ਜਿਹੜੇ ਬਾਡੀ ਬਿਲਡਿੰਗ ਵਾਲੇ ਮੁੰਡੇ ਹੈਗੇ ਆ, ਟੱਚਵੁੱਡ ਆਈ ਰਿਸਪੈਕਟ ਕਰਦਾ ਮੈਂ ਸਾਰਿਆਂ ਦੀ, ਬਟ ਕਈ ਇਹੋ ਜਿਹੇ ਵੀ ਹੈ ਜਿਹੜੇ ਬਾਡੀ ਬਿਲਡਿੰਗ ਕਰਦੇ ਆ ਪਰ ਉਹਨਾਂ ਨੂੰ ਨੌਲੇਜ ਨਹੀਂ ਹੈ, ਸਾਇੰਟੀਫਿਕ ਨੌਲੇਜ ਨਹੀਂ ਹੈ। ਉਹ ਬਾਡੀ ਬਿਲਡਿੰਗ ਵਾਲੇ ਨੁਸਖੇ ਜਿਹੜੇ ਉਹਨਾਂ ਨੇ ਆਪ ਯੂਜ਼ ਕੀਤੇ ਆ ਫੈਟ ਲਾਸ ਕਰਨ ਲਈ, ਸਟੇਜ ਵਾਲੀ ਬਾਡੀ ਬਣਾਉਣ ਲਈ, ਉਹ ਜਨਰਲ ਕਲਾਇੰਟਸ ਤੋਂ ਯੂਜ਼ ਕਰਦੇ ਆ, ਕੋਈ ਫੀਮੇਲ ਹੋ ਜਾਂ ਮੇਲ ਹੋ, ਜਿਨ੍ਹਾਂ ਨੇ ਲੌਂਗ ਟਰਮ ਰੱਖਣਾ, ਬਟ ਉਹ ਚੀਜ਼ ਲੌਂਗ ਟਰਮ ਨਹੀਂ ਰਹਿ ਸਕਦੀ। ਇੱਕ ਬਾਡੀ ਬਿਲਡਰ ਵੀ ਜਿਹੜਾ ਸਟੇਜ ਤੇ ਲੱਗਦਾ ਹੈ, ਉਹ ਹੱਦ ਤੋਂ ਹੱਦ ਉਹਨੂੰ 1 ਮਹੀਨੇ 2 ਮਹੀਨੇ ਤੱਕ ਸਟੇਬਲ ਰੱਖ ਸਕਦਾ ਆਪਣੀ ਉਸ ਪੋਜੀਸ਼ਨ ਨੂੰ, ਉਹਨੀ ਫਾਰਮ ਨੂੰ ਉਹ ਵੀ ਨਹੀਂ ਰੱਖ ਸਕਦਾ। ਉਹ ਚਾਹੇ ਜਿੰਨਾ ਮਰਜ਼ੀ ਗਿਆਨੀ ਹੋਵੇ, ਉਹ ਜਿਹੜੀ ਫਾਰਮ ਉਹਦੀ ਸਟੇਜ ਤੇ ਹੁੰਦੀ ਹੈ, ਉਹ 1-2 ਮਹੀਨੇ ਤੋਂ ਜ਼ਿਆਦਾ ਨਹੀਂ ਰਹਿ ਸਕਦੀ ਹੈ, ਉਹ ਸਟ੍ਰੈਸਫੁਲ ਹੋ ਜਾਂਦੀ ਹੈ ਬਹੁਤ। ਜੇ
ਮੈਂ ਬਾਡੀ ਬਿਲਡਿੰਗ ਦੀ ਹੀ ਗੱਲ ਕਰਾਂ ਕਿਉਂਕਿ ਹੁਣ ਤੁਹਾਡੇ ਸ਼ਾਰਟਸ ਸੀ ਸਟਾਰਟਿੰਗ ਦੇ ਉੱਤੇ ਦਿਖਾਏ ਆ, ਸਾਰਿਆਂ ਨੇ ਦੇਖੇ ਵੀ ਆ, ਕਾਫੀ ਅੱਛੀ ਤੁਸੀਂ ਬਾਡੀ ਬਣਾਈ ਹੋਈ ਆ ਆਪਣੀ, ਹਨਾ, ਤੁਸੀਂ ਬਾਡੀ ਬਿਲਡਿੰਗ ਵੀ ਕੀਤੀ ਆ, ਹਨਾ, ਉਹਦੇ ਪਿੱਛੇ ਤੁਹਾਡੀ ਮਿਹਨਤ ਹੈਗੀ ਆ। ਪਰ ਕਈ ਮੈਨੂੰ ਲੱਗਦਾ ਕਿ ਥੱਲੇ ਕਮੈਂਟ ਵੀ ਆਉਣਗੇ ਜਾਂ ਕਈਆਂ ਦੀ ਸੋਚਣੀ ਹੈ ਕਿ ਇਹਨਾਂ ਨੇ ਕੁਛ ਨਾ ਕੁਛ ਖਾ ਕੇ ਇਹੋ ਜਿਹੇ ਮਸਲ ਬਣਾਏ ਆ। ਬਿਲਕੁਲ ਬਿਲਕੁਲ, ਮੈਂ ਉਹੀ ਗੱਲ ਕਹਿ ਰਿਹਾ ਕਿ ਮੇਰੀ ਇਹ ਫੀਲਡ ਹੈ, ਮੇਰਾ ਇੱਕ ਕੰਪੀਟੀਸ਼ਨ ਲੈਵਲ ਹੈ ਨਾ, ਮੈਂ ਕੰਪੀਟ ਕਰਦਾ, ਮੈਂ ਨੈਸ਼ਨਲ ਇੰਡੀਆ ਨੂੰ ਰਿਪਰੈਜ਼ੈਂਟ ਕਰਦਾ, ਹੈ ਨਾ, ਰਾਈਟ। ਤੇ ਗੱਲ ਇਹ ਹੈ ਕਿ ਜਿੱਦਾਂ ਤੁਸੀਂ ਹੁਣ ਕੰਪੀਟ ਕਰਨਾ ਹੈ, ਉਹ ਤੁਹਾਡਾ ਪ੍ਰੋਫੈਸ਼ਨ ਹੈ, ਤੁਸੀਂ ਉਹਦੇ ਲਈ ਕਰ ਸਕਦੇ ਹੋ ਇਨ ਲਿਮਿਟਡ ਅਮਾਉਂਟ, ਬਟ ਤੁਹਾਡਾ ਜੇ ਕੋਈ ਫੀਲਡ ਹੀ ਕੁਛ ਨਹੀਂ, ਤੁਸੀਂ ਇੰਜੀਨੀਅਰ ਹੋ, ਤੁਸੀਂ ਸਟੂਡੈਂਟ ਹੋ, ਤਾਂ ਉਸ ਪਾਸੇ ਜਾਣ ਦੀ ਕੋਈ ਜ਼ਰੂਰਤ ਹੀ ਨਹੀਂ ਹੈ। ਉਹ ਸਟ੍ਰਿਕਟਲੀ ਗਲਤ ਗੱਲ ਹੈ, ਬਿਲਕੁਲ ਗਲਤ ਗੱਲ ਹੈ ਜੇ ਤੁਸੀਂ ਕੰਪੀਟ ਨਹੀਂ ਕਰਨਾ। ਮੇਰੇ ਕੋਲ ਜਿਹੜੇ ਵੀ ਮੁੰਡੇ ਆਉਂਦੇ, ਮੈਂ ਸਾਰਿਆਂ ਨੂੰ ਮਨਾ ਹੀ ਕਰਦਾ ਕਿ ਨਹੀਂ, ਬਿਲਕੁਲ ਵੀ ਨਹੀਂ, ਜੇ ਤੁਸੀਂ ਕੰਪੀਟ ਨਹੀਂ ਕਰਨਾ ਕੋਈ ਲੋੜ ਹੀ ਨਹੀਂ ਹੈ। ਨਾਰਮਲ ਫਿਟ ਰਹਿਣਾ ਤੁਸੀਂ, ਠੀਕ ਹੈ, ਥੋੜੀ ਬਹੁਤੀ ਬਾਡੀ ਅੱਛੀ ਬਣਾ ਲਓ, ਹੈ ਨਾ। ਇੱਕ ਬਾਡੀ ਤੁਸੀਂ ਜਿਹੜੀ ਵਧੀਆ ਬਾਡੀ ਹੈ ਉਹ ਨੈਚੁਰਲੀ ਵੀ ਤੁਸੀਂ ਅਚੀਵ ਕਰ ਸਕਦੇ ਹੋ ਬਿਨਾਂ ਕਿਸੇ ਚੀਜ਼ ਤੋਂ, ਬਿਨਾਂ ਕਿਸੇ ਚੀਜ਼ ਤੋਂ। ਬਸ ਉਹ ਚੀਜ਼ ਪੇਸ਼ੈਂਸ ਲੈਂਦੀ ਹੈ, ਲੋਕਾਂ ਕੋਲ ਪੇਸ਼ੈਂਸ ਨਹੀਂ ਹੈ, ਉਹੀ ਤਾਂ ਹੈ ਨਹੀਂ, ਸਿੱਧੀ ਗੱਲ ਹੈ। ਕਿ ਉਹ ਕੁੜੀਆਂ ਦੀ ਜੇ ਗੱਲ ਕਰਾਂ, ਮੇਰੇ ਵਰਗਿਆਂ ਨੂੰ ਟੈਨਸ਼ਨ ਹੋ ਜਾਂਦੀ ਕਿ ਪਤਲੀ ਨਹੀਂ ਹੁੰਦੀ, ਹੋਰ ਮੋਟੀ ਹੋ ਜਾਂਦੀ ਟੈਨਸ਼ਨ ਨਾਲ। ਹਾਂ ਬਿਲਕੁਲ, ਪੇਸ਼ੈਂਸ। ਸਾਰੀ ਗੇਮ ਕੰਸਿਸਟੈਂਸੀ ਦੀ ਹੈ, ਜੇ ਤੁਸੀਂ ਕੰਸਿਸਟੈਂਟ ਰਹੋਗੇ ਤਾਂ 100%। ਹੁਣ ਜਿਹੜੇ ਬਾਡੀ ਬਿਲਡਰਸ ਵੀ ਹੈ, ਉਹ ਜਿਹੜੇ ਸਟੇਜ ਤੇ ਚੜ ਰਹੇ, ਉਹਨਾਂ ਨੂੰ ਵੀ ਸਾਲ ਹੋ ਗਏ ਆ, ਬਿਲਕੁਲ, ਉਹਨਾਂ ਦੀ ਵੀ ਮਿਹਨਤ 6 ਸਾਲ 5 ਸਾਲ 7 ਸਾਲ 8 ਸਾਲਾਂ ਦੀ ਹੈ, ਬਟ ਉਹ ਚੀਜ਼ ਨੂੰ ਜੱਜ ਕਰਿਆ ਜਾਂਦਾ ਕਿ ਇਹ ਕੁਝ ਯੂਜ਼ ਕਰਦੇ ਆ, ਕਰਦੇ ਆ, ਬਟ ਉਹ ਮਿਹਨਤ ਨਹੀਂ ਦੇਖਦੇ ਕਿ ਇਹਨਾਂ ਨੇ ਵੀ 8 ਸਾਲ, ਇਹ ਨਹੀਂ ਕਿੰਨੇ ਸਾਲ ਗਾਲੇ ਉਸ ਦੇ ਪਿੱਛੇ ਬਾਡੀ, ਇਹ ਨਹੀਂ ਕਿ ਉਹ ਚੀਜ਼ਾਂ ਯੂਜ਼ ਕਰ ਰਹੇ ਪਰ ਘਰੇ ਬਹਿ ਕੇ ਕਰ ਰਹੇ, ਖਾਈ ਜਾ ਰਹੇ ਜੀ, ਵਰਕਆਊਟ ਨਹੀਂ ਕਰ ਰਹੇ ਪਰ ਬਾਡੀ ਬਣ ਰਹੀ ਹੈ। ਗੱਲ ਇਹ ਨਹੀਂ ਹੈ, ਸਾਰੀ ਕੰਸਿਸਟੈਂਸੀ ਦੀ ਗੇਮ ਹੈ। ਤੁਸੀਂ ਕਿੰਨਾ ਟਾਈਮ ਦਿੰਦੇ ਹੋ, ਕਿੰਨਾ ਆਪਣੀ ਜਿਮ 'ਚ ਤੁਸੀਂ 1 ਘੰਟਾ ਲਾਉਂਦੇ ਹੋ, 2 ਘੰਟਾ ਲਾਉਂਦੇ ਹੋ, ਪਰ ਜਿਹੜੇ ਘਰ ਦੇ ਤੁਹਾਡੇ ਬਾਕੀ ਟਾਈਮ ਹੈ, ਤੁਸੀਂ ਕੀ ਖਾ ਰਹੇ ਹੋ, ਆਪਣੀ ਬਾਡੀ ਨੂੰ ਕੀ ਦੇ ਰਹੇ ਹੋ, ਉਹ ਸਭ ਤੋਂ ਮੇਨ ਇੰਪੋਰਟੈਂਟ ਰੋਲ ਪਲੇ ਕਰਦਾ ਜੀ। ਹੁਣ ਤੁਹਾਡੇ ਖਾਣ ਪੀਣ ਤੇ ਆਪਾਂ ਆਉਂਦੇ, ਤੁਹਾਡਾ ਡਾਈਟ ਪਲਾਨ ਕੀ ਹੁੰਦਾ? ਸਵੇਰੇ ਕੀ ਖਾਣਾ, ਕੀ ਕਿੱਥੋਂ ਸਟਾਰਟ ਹੁੰਦਾ ਹੈ ਤੇ ਐਂਡ ਕਿੱਥੇ ਜਾ ਕੇ ਹੁੰਦਾ? ਅੱਛਾ, ਪਹਿਲਾਂ ਤਾਂ ਹੁਣੇ ਮੈਂ ਖਾ ਕੇ ਆਇਆ ਮੀਲ। ਓਕੇ। ਮੈਂ ਆਪਣੀ ਸਾਰੀ ਮੀਲਸ ਨਾ ਫਲੈਕਸੀਬਲ ਰੱਖਦਾ, ਮਤਲਬ ਮੇਰਾ ਇਦਾਂ ਨਹੀਂ ਰਹਿੰਦਾ, ਮੈਂ ਜੇ ਗੇਮ ਕੰਪੀਟੀਸ਼ਨ ਵੀ ਕਰ ਰਿਹਾ ਤਾਂ ਉਸ ਟਾਈਮ ਵੀ ਮੈਂ ਰੋਟੀ ਚਾਵਲ ਨਹੀਂ ਬੰਦ ਕਰਦਾ। ਹਲੇ ਜਿੱਦਾਂ ਮੈਂ ਮੇਰੀ ਮਾਰਨਿੰਗ ਮੀਲ ਰਹਿੰਦੀ ਹੈ, ਮੈਂ ਬ੍ਰੈਡ ਆਮਲੇਟ ਖਾਣਾ ਵਿਦ ਚੀਜ਼ ਨਾਲ ਤੇ ਚੋਕੋਸ, ਤੇ ਹਲੇ ਮੈਂ ਗੇਨਿੰਗ ਤੇ ਹਾਂ ਤਾਂ ਮੈਂ ਜ਼ਿਆਦਾ ਹੀ ਖਾ ਰਿਹਾ। ਤੇ ਉਸ ਤੋਂ ਬਾਅਦ ਮੈਂ ਦੁਪਹਿਰੇ ਖਾਂਦਾ ਚਿਕਨ ਐਂਡ ਰਾਈਸ। ਉਸ ਤੋਂ ਬਾਅਦ ਮੈਂ ਸ਼ਾਮੀ ਬਣਾਉਂਦਾ ਆਪਣੇ ਵਾਸਤੇ ਪੈਨਕੇਕਸ ਪ੍ਰੋਟੀਨ ਵਾਲੇ, ਜਿਹੜੇ ਮੈਂ ਰੈਸਿਪੀ ਪਾਈ ਸੀ, ਸ਼ਾਇਦ ਤੁਸੀਂ ਦੇਖੀ ਹੋਵੇ। ਮੈਂ ਦੇਖੀਆਂ ਤੁਹਾਡੀਆਂ ਸਟੋਰੀਜ਼। ਤੇ ਉਸ ਤੋਂ ਬਾਅਦ ਮੈਂ ਸ਼ਾਮੀ ਖਾਣਾ ਪ੍ਰੋਟੀਨ ਪੈਨਕੇਕਸ ਆਪਣੇ ਚਾਕਲੇਟ ਵਾਲੇ ਪ੍ਰੋਪਰ। ਤੇ ਰਾਤੀ ਕਦੀ ਬੋਇਲਡ ਐਗਸ ਹੋ ਗਏ ਜਾਂ ਭੁਰਜੀ ਹੋ ਗਈ ਜਾਂ ਪਨੀਰ ਹੋ ਗਿਆ, ਸ਼ਾਹੀ ਪਨੀਰ, ਜਿਹੜਾ ਵੀ ਮਨ ਕਰਦਾ ਮੈਂ ਆਪਣੀ ਡਾਈਟ 'ਚ ਨਾ ਫਲੈਕਸੀਬਿਲਿਟੀ ਰੱਖਦਾ, ਚੇਂਜਸ ਕਰਦਾ ਰਹਿਣਾ, ਬਟ ਟਰਾਈ ਕਰਦਾ ਕਿ ਮੇਰਾ ਦਿਨ ਦਾ ਪ੍ਰੋਟੀਨ ਇਨਟੇਕ ਪੂਰਾ ਹੋਵੇ, ਜਿਹੜੇ ਕਾਰਬਸ ਆ ਪੂਰੇ ਹੋਣ, ਫੈਟਸ ਹੈਲਦੀ ਫੈਟਸ ਪੂਰੇ ਹੋਣ, ਤਾਂ ਇਹ ਸਭ ਬੈਲੈਂਸ ਰੱਖ ਕੇ ਮੈਂ ਆਪਣਾ ਪੂਰਾ ਡਾਈਟ ਇਨਟੇਕ ਰੱਖਦਾ। ਹੁਣ ਜਿੱਦਾਂ ਤੁਸੀਂ ਇਹ ਸਭ ਕੁਝ ਆਪ ਕੁੱਕ ਕਰਦੇ ਹੋ ਕਿ ਕੋਈ ਰੱਖਿਆ ਹੋਇਆ ਕੁਝ ਕਰਕੇ? ਕਿ ਹਾਂ, ਨਹੀਂ, ਇਹ ਮੈਂ ਮੀਲਸ ਆਪਣੀ ਆਪ ਬਣਾਉਂਦਾ, ਜਿੱਦਾਂ ਤੁਹਾਨੂੰ ਕਿਹਾ ਸੀ। ਅੱਜ ਕੱਲ ਤਾਂ ਮੇਰੇ ਸਿਸਟਰ ਆਏ ਨੇ ਤਾਂ ਉਹ ਥੋੜਾ ਸਪੋਰਟ ਕਰਦੇ ਨੇ, ਤੇ ਵੈਜੀਟੇਰੀਅਨ ਮੀਲਸ ਤਾਂ ਮੰਮਾ ਕਰ ਲੈਣੇ ਹੈਂਡਲ, ਜਿੱਦਾਂ ਰਾਈਸ ਹੋ ਗਿਆ, ਚਪਾਤੀਜ਼ ਹੋ ਗਏ, ਬ੍ਰੈਡ ਵਗੈਰਾ ਹੋ ਗਏ, ਉਹ ਮੰਮਾ ਕਰ ਲੈਣੇ ਹੈਂਡਲ, ਬਟ ਬਾਕੀ ਨਾਨ ਵੈਜ ਤਾਂ ਆਪੇ ਹੀ ਕਰਨਾ ਪੈਂਦਾ ਹੈ, ਰਾਜੂ ਹਲਵਾਈ ਬਣਨਾ ਪੈਂਦਾ। ਓਕੇ, ਇੱਕ ਚੀਜ਼ ਮੈਂ ਜ਼ਰੂਰ ਪੁੱਛੂੰਗੀ, ਜਿੱਦਾਂ ਹੁਣ ਤੁਸੀਂ, ਚਲੋ ਠੀਕ ਆ, ਉਹੀ ਚੀਜ਼ਾਂ ਜਿਹੜੀਆਂ ਤੁਸੀਂ ਘਰੇ ਬਣਾ ਕੇ ਖਾਂਦੇ ਹੋ, ਤੁਹਾਡਾ ਉਹ ਡਾਈਟ ਪਲਾਨ ਆ, ਹਨਾ, ਜੇ ਕਿਤੇ ਤੁਸੀਂ ਬਾਹਰ ਹੋ, ਤੁਹਾਨੂੰ ਪਤਾ ਤੁਸੀਂ ਬਣਾ ਕੇ ਨਹੀਂ ਲਿਆ ਪਾਏ, ਤੁਹਾਨੂੰ ਟਾਈਮ ਜ਼ਿਆਦਾ ਲੱਗ ਗਿਆ, ਫਿਰ ਤੁਸੀਂ ਉਹ ਬਾਹਰੋਂ ਚੀਜ਼ਾਂ ਖਾ ਸਕਦੇ ਹੋ, ਕਿੰਨੀਆਂ ਕੁ ਹੈਲਦੀ ਆ ਤੁਹਾਡੀ ਹੈਲਥ ਲਈ? ਬਹੁਤ ਵਧੀਆ ਕੁਐਸਚਨ ਹੈ ਤੁਹਾਡਾ, ਇਹ ਸਾਰਿਆਂ ਦਾ ਕੁਐਸਚਨ ਹੁੰਦਾ ਹੈ। ਬੇਸਿਕਲੀ ਜਦ ਤੁਸੀਂ ਬਾਹਰ ਜਾਓ ਨਾ, ਸਭ ਤੋਂ ਪਹਿਲਾਂ ਤਾਂ ਤੁਸੀਂ ਅਵੋਇਡ ਕਰੋ, ਜਿੱਦਾਂ ਹੁਣ ਲੋਕੀ ਸਨੈਕਿੰਗ ਕਰਦੇ ਆ ਕਿ 버ਗਰ ਸ਼ਰਗਰ ਖਾ ਲਏ, ਠੀਕ ਹੈ ਨਾ, ਪਰ 버ਗਰ 'ਚ ਵੀ ਹੈਲਦੀ ਆਪਸ਼ਨਸ ਹੈਗੇ ਆ, ਜਿੱਦਾਂ ਕਈ ਆਉਂਦਾ ਗ੍ਰਿਲਡ ਪੈਟੀ 버ਗਰ ਆਉਂਦਾ ਹੈ, ਉਹ ਗ੍ਰਿਲਡ ਹੈ, ਉਹ ਥੋੜਾ ਉਸ 'ਚ ਇਹ ਹੈ ਕਿ ਆਇਲੀ ਨਹੀਂ ਹੈ ਜ਼ਿਆਦਾ। ਬੇਸਿਕਲੀ ਕੀ ਹੈ, ਜਿਹਦਾ ਟਰਾਂਸ ਫੈਟ ਹੁੰਦਾ ਨਾ, ਜਿਹੜੇ ਜਿਸ 'ਚ ਅਸੀਂ ਸਮੋਸੇ ਖਾਂਦੇ, ਪਕੌੜੇ ਖਾਂਦੇ, ਉਹ ਬਾਰ-ਬਾਰ ਇੱਕ ਹੀ ਆਇਲ ਗਰਮ ਕਰੀ ਜਾਂਦਾ ਹੈ, ਉਹ ਫੈਟ ਟਰਾਂਸ ਫੈਟ ਵਧੀ ਜਾਂਦਾ ਉਸ 'ਚ, ਤਾਂ ਉਹ ਹੈਲਦੀ ਨਹੀਂ ਹੁੰਦਾ। ਬਾਹਰ ਜਿੱਦਾਂ ਤੁਸੀਂ ਜਾ ਰਹੇ ਹੋ, ਤੁਸੀਂ ਪ੍ਰੈਫਰ ਕਰ ਸਕਦੇ ਹੋ ਚਿਕਨ ਸੈਲਡ ਹੋ ਗਿਆ, ਪਨੀਰ ਟਿੱਕਾ ਹੋ ਗਿਆ, ਹੁਣ ਤਾਂ ਪ੍ਰੋਟੀਨ ਬਾਰਸ ਆ ਗਈਆਂ, ਪ੍ਰੋਟੀਨ ਬਾਰਸ ਖਾ ਸਕਦੇ ਹੋ, ਹੈ ਨਾ, ਹੈਲਦੀ ਸ਼ੇਕਸ ਆ ਗਏ, ਫਰੂਟਸ ਨੂੰ ਪ੍ਰੈਫਰ ਕਰ ਸਕਦੇ ਹੋ ਬਾਹਰ ਜਾ ਕੇ। ਜੇ ਤੁਸੀਂ ਹੁਣ ਸਬਵੇਜ਼ ਆ ਗਏ, ਹੁਣ ਤਾਂ ਕਿੰਨੇ ਸਾਰੇ ਸੈਲਡ ਦੇ ਆਪਸ਼ਨ, ਹੁਣ ਤੱਕ ਸਾਰਾ ਕੁਝ ਇਹਨਾਂ ਡਿਵੈਲਪ ਹੋ ਗਿਆ, ਬਹੁਤ ਆਪਸ਼ਨਸ ਹੈਗੇ। ਬਟ ਡਿਪੈਂਡ ਕਰਦਾ ਕਿ ਤੁਹਾਡੇ ਕੋਲ ਐਕਸਕਿਊਜ਼ ਨਹੀਂ ਹੋਣਾ ਚਾਹੀਦਾ ਕਿ ਨਹੀਂ, ਆਪਸ਼ਨ ਹੀ ਨਹੀਂ ਸੀ, ਤੁਸੀਂ ਜੀਭ ਤੇ ਕੰਟਰੋਲ ਕਰ ਲੈਂਦਾ ਸੈੱਟ ਕੰਮ। ਅੱਛਾ, ਤੇ ਜਿੱਦਾਂ ਹੁਣ ਜੇ ਰੋਟੀ ਦੀ ਗੱਲ ਕਰਾਂ, ਹਨਾ, ਠੀਕ ਹੈ, ਘਰੇ ਤਾਂ ਮੰਮੀ ਨੇ ਬਣਾ ਕੇ ਦੇਤੀ ਰੋਟੀ, ਜੇ ਆਪਾਂ ਬਣਾ ਲਈ, ਜੇ ਬਾਹਰ ਕਿਤੇ ਰੋਟੀ ਖਾ ਲਓ, ਉਹਦਾ ਕਿੰਨਾ ਕੁ ਇਫੈਕਟ ਪੈਂਦਾ? ਰੋਟੀ ਸਬਜ਼ੀ ਦਾਲ ਜੋ ਵੀ ਖਾਦਾ? ਨਹੀਂ, ਉਹਦਾ ਵੀ ਕੋਈ ਇਫੈਕਟ ਨਹੀਂ ਹੁੰਦਾ, ਮਤਲਬ ਮੈਂ ਖਾ ਸਕਦੀ ਹਾਂ? ਇਹ ਕੁਐਸਚਨ ਮੇਰੇ ਲਈ ਸੀ। ਸਮਾਰਟ, ਤੁਸੀਂ ਬਿਲਕੁਲ ਖਾ ਸਕਦੇ ਹੋ, ਬਾਹਰ ਵੀ ਖਾ ਸਕਦੇ ਹੋ, ਬਿਲਕੁਲ ਖਾ ਸਕਦਾ। ਓਕੇ, ਠੀਕ ਹੈ। ਤੇ ਹੁਣ ਮੈਂ ਥੋੜਾ ਜਿਹਾ ਤੁਹਾਡੀਆਂ ਅਚੀਵਮੈਂਟਸ ਦੇ ਬਾਰੇ ਵੀ ਜਾਣਨਾ ਚਾਹੂੰਗੀ। ਜਿਹੜੇ ਤੁਹਾਨੂੰ ਫੋਲੋ ਕਰਦੇ ਆ ਉਹਨਾਂ ਨੂੰ ਤਾਂ ਪਤਾ ਹੀ ਆ, ਜਿਹੜੇ ਨਵੇਂ ਹੁਣ ਤੁਹਾਡੇ ਨਾਲ ਜੁੜੇ ਆ ਉਹਨਾਂ ਨੂੰ ਥੋੜੀਆਂ ਜਿਹੀਆਂ ਆਪਣੀਆਂ ਅਚੀਵਮੈਂਟਸ, ਕਿਹੜੇ ਚੈਂਪੀਅਨਸ਼ਿਪ ਤੁਸੀਂ ਵਿਨ ਕੀਤੇ ਜਾਂ ਅਟੈਂਡ ਕੀਤੇ, ਉਹਦੇ ਬਾਰੇ ਦੱਸੋ। ਤੇ ਇਸੇ ਸਾਲ ਤੋਂ ਸ਼ੁਰੂ ਕਰਦੇ ਆ ਜੀ। ਤੇ ਇਸ ਸਾਲ ਮੇਰਾ ਪਹਿਲਾ ਕੰਪੀਟੀਸ਼ਨ ਜਿਹੜਾ ਹੋਇਆ ਸੀਗਾ, ਉਸ 'ਚ ਇੱਕ ਟ੍ਰੈਜੇਡੀ ਵੀ ਹੋ ਗਈ ਸੀਗੀ। ਗੱਲ ਹੋਈ, ਸਾਡਾ ਕੰਪੀਟੀਸ਼ਨ ਸੀਗਾ ਮਿਸਟਰ ਇੰਡੀਆ, ਮੈਂ ਪਹਿਲੀ ਵਾਰ ਕੰਪੀਟ ਕਰਨਾ ਸੀ ਆਪਣੀ ਲਾਈਫ 'ਚ। ਓਕੇ। ਤੇ
ਇਸ ਮਿਸਟਰ ਇੰਡੀਆ ਦੀ ਸਟੇਜ ਦੇਖਣ ਨੂੰ ਲਈ ਵੀ ਮੈਨੂੰ ਬਹੁਤ ਸਟਰਗਲ ਕਰਨਾ ਪਿਆ। ਇੱਕ ਵਾਰ ਮੈਂ ਡਿਸਕੁਆਲੀਫਾਈ ਹੋ ਗਿਆ, ਇੱਕ ਵਾਰ ਕਰੋਨਾ ਹੋ ਗਿਆ, ਇੱਕ ਵਾਰ ਫਲਾਈਟ ਕੈਂਸਲ ਹੋ ਗਈ। ਆਫਟਰ 4-5 ਇਅਰਸ ਜਦ ਮੈਨੂੰ ਇੰਡੀਆ ਲਈ ਮੈਂ ਜਾਣ ਵਾਲਾ ਬਣਿਆ ਕਿ ਹਾਂ ਵੀ ਮੈਂ ਇੰਡੀਆ ਦੀ ਸਟੇਜ ਦੇਖਾਂਗਾ, ਸਾਡਾ ਕੰਪੀਟੀਸ਼ਨ ਮਾਰਚ ਵਿੱਚ ਹੋਣਾ ਸੀਗਾ, ਬਟ ਡਿਊ ਟੂ ਸਮ ਰੀਜ਼ਨਸ ਉਹ ਸ਼ਿਫਟ ਹੋ ਗਿਆ ਜੈਨ 'ਚ। ਤੇ ਮੇਰੇ ਕੋਲ 2 ਮਹੀਨੇ ਘੱਟ ਹੋ ਗਏ ਤਿਆਰੀ ਦੇ। ਤੇ ਉਸ ਟਾਈਮ ਹੀ ਮੈਂ ਆਪਣਾ ਜਿਮ ਖੋਲ੍ਹਿਆ ਸੀਗਾ ਤੇ ਮੈਂ ਬਹੁਤ ਗੰਦੀ ਫਾਰਮ 'ਚ ਸੀਗਾ, ਬਹੁਤ ਬੋਡੀ ਫੈਟ, ਕਿਉਂਕਿ ਜਿਮ ਲਾਇਆ ਨਹੀਂ, ਡਾਈਟ ਚੱਲੀ ਨਹੀਂ। ਤੁਹਾਡੀ ਉਹ ਵੀ ਬੈਸਟ ਹੋਣੀ ਹੈ। ਅੱਛਾ, ਮੈਨੂੰ ਤੁਸੀਂ ਬਿਲਕੁਲ ਖਰਾਬ ਸੀ। ਤਾਂ ਕੀ ਹੋਇਆ ਫਿਰ, ਉਹ ਜਿਹੜੀ ਮੈਂ 4 ਮਹੀਨੇ ਦੀ ਪ੍ਰੈਪ ਕਰਨੀ ਸੀ ਮੈਂ 2 ਮਹੀਨੇ 'ਚ ਕਰੀ। ਤੇ ਇਟ ਵਾਸ ਵੈਰੀ ਅਨਹੈਲਦੀ। ਮੈਂ ਕਹਾਂਗਾ ਉਹ ਪ੍ਰੈਪ ਮੇਰੀ ਲਾਈਫ ਦੀ ਸਭ ਤੋਂ ਔਖੀ ਪ੍ਰੈਪ ਸੀ ਜਿਹੜੀ ਮੈਂ ਇੰਡੀਆ ਲਈ ਕਰੀ। ਜਿਹੜਾ ਮੇਰਾ ਸੁਪਨਾ ਸੀਗਾ ਕਿ ਇੰਡੀਆ ਜਿੱਤਾਂਗਾ, ਬਟ ਉਹਨੇ ਇਹਨਾਂ ਟਫ ਸਿਚੁਏਸ਼ਨ ਬਣਾਤੀ ਕਿ ਉਹ ਮੈਨੂੰ ਬਹੁਤ ਔਖਾ ਸੌਖਾ ਕਰਕੇ 2 ਮਹੀਨੇ ਬਾਅਦ ਮੈਂ ਤਿਆਰੀ ਕੀਤੀ। ਬਟ ਵਿਦ ਗॉड्स ਗ੍ਰੇਸ ਇੰਡੀਆ ਕੰਪੀਟ ਕਰਨ ਗਿਆ ਮੈਂ। ਉਹ ਹੋਇਆ ਤੇਲੰਗਾਨਾ ਵਿੱਚ। ਠੀਕ ਹੈ, ਉੱਥੇ ਮੇਰੇ ਕੰਪੀਟੀਟਿਵ ਸੀਗੇ 96। ਤਾਂ ਆਈ ਵਾਸ ਪਲੇਸਡ 5th, ਟੌਪ 5th ਰੈਂਕ 'ਚ ਆਇਆ ਮੈਂ ਮਿਸਟਰ ਇੰਡੀਆ ਵਿੱਚ। ਇਹ ਵੀ ਅਚੀਵਮੈਂਟ ਆ, ਬਹੁਤ ਅੱਛੀ ਹੈ ਨਾ। ਟੌਪ 5th ਪਲੇਸ 'ਚ ਆਇਆ ਤੇ ਇਟ ਵਾਸ ਅ ਰੀਅਲੀ ਪ੍ਰਾਊਡ ਮੂਮੈਂਟ ਸੀਗਾ ਮੇਰੇ ਲਈ, ਕਿਉਂਕਿ ਪਹਿਲੀ ਵਾਰ ਇੰਡੀਆ ਦੀ ਸਟੇਜ ਤੇ ਇੰਨਾ ਟਾਈਮ ਘੱਟ ਮਿਲਿਆ ਤੇ ਟੌਪ 5 ਅਮੰਗਸਟ ਇੰਡੀਆ ਦੇ ਟੌਪ 5 ਐਥਲੀਟਸ। ਜੇ ਥੋੜਾ ਟਾਈਮ ਤੁਹਾਡੇ ਤੋਂ ਹੋਰ ਹੁੰਦਾ ਫਿਰ ਤੁਸੀਂ ਵਿਨ ਵੀ ਕਰ ਦੇਣਾ। ਫਿਰ ਤਾਂ ਅਗਲੇ ਸਾਲ ਪੱਕਾ ਵੈਨਾ ਹੈ। ਚਲੋ ਕੋਈ ਗੱਲ ਨਹੀਂ, ਅਗਲੀ ਵਾਰੀ ਫਿਰ ਤੁਸੀਂ ਵਿਨ ਕਰੋਗੇ, ਉਦੋਂ ਗੱਲ ਕਰਾਂਗੇ। ਉਸ ਤੋਂ ਇਲਾਵਾ ਅਚੀਵਮੈਂਟਸ, ਉਸ ਤੋਂ ਬਾਅਦ ਆਪਣਾ ਹੋਇਆ ਸੀ ਫੈਡਰੇਸ਼ਨ ਕੱਪ ਜਿਹੜਾ ਹੋਇਆ ਸਿੱਕਿਮ, ਉੱਥੇ ਮੇਰੀ 4th ਪਲੇਸ ਆਈ। ਫਿਰ ਉਸ ਤੋਂ ਬਾਅਦ ਮਿਸਟਰ ਨਾਰਥ ਇੰਡੀਆ ਹੋਇਆ, ਉੱਥੇ ਮੈਂ ਸਿਲਵਰ ਲੈ ਕੇ ਆਇਆ। ਇਸ ਸਾਲੇ 3 ਕੰਪੀਟੀਸ਼ਨ ਕੀਤੇ। ਉਸ ਤੋਂ ਪਿਛਲੇ ਸਾਲ 2021 ਤਾਂ ਨਹੀਂ ਹੋਇਆ ਸੀ ਕੰਪੀਟ, ਕਰੋਨਾ ਵਗੈਰਾ ਦਾ ਸੀਨ ਹੈ। 2020 ਚ ਮੇਰਾ ਜਿਹੜਾ ਸੀਗਾ ਮਿਸਟਰ ਚੰਡੀਗੜ੍ਹ ਜਿੱਤਿਆ ਮੈਂ ਓਵਰਆਲ ਟਾਈਟਲ ਆਇਆ ਮੇਰਾ। ਏਵਨ ਕਲਾਸਿਕ ਹੁੰਦਾ ਇੱਕ ਲੁਧਿਆਣਾ ਹੁੰਦਾ, ਉੱਥੇ ਸਿਲਵਰ ਮੈਡਲ ਸੀਗਾ। ਉਸ ਤੋਂ ਬਾਅਦ ਅਮਨ ਕਲਾਸਿਕ ਹੁੰਦਾ, ਬਹੁਤ ਹੀ ਗ੍ਰੈਂਡ ਸ਼ੋ ਹੁੰਦਾ ਅੰਮ੍ਰਿਤਸਰ 'ਚ, ਉੱਥੇ 골ਡ ਮੈਡਲ ਓਵਰਆਲ ਟਾਈਟਲ ਉੱਥੇ ਵੀ। ਤੇ ਇਦਾਂ ਫਿਰ ਇਸ ਤੋਂ ਪਿੱਛੇ ਵੀ ਫਿਰ ਚੰਡੀਗੜ੍ਹ ਜਿੰਨੇ ਵੀ ਸਾਲ ਹੋਏ ਆ 골ਡ। ਹੁਣ ਦੇਖੋ ਅਗਲੇ ਸਾਲ ਕੀ ਬਣਦਾ। ਤੇ ਫਿਰ 골ਡ ਵਰਡਸ ਪੇਰੈਂਟਸ ਦੇ ਵੀ ਸੁਣਨ ਨੂੰ ਮਿਲੇ ਹੋਣੇ ਕਿ ਹਾਂ ਅਚੀਵਮੈਂਟਸ ਤੁਹਾਡੀਆਂ ਹੈਗੀਆਂ। ਉਹੀ ਕਹਿ ਰਹੇ ਨਾ, ਸਭ ਤੋਂ ਮੇਰਾ ਮੇਨ ਮੋਟਿਵ ਸ਼ੁਰੂ ਤੋਂ ਹੁਣ ਵੀ ਅੱਜ ਵੀ ਜਦ ਵੀ ਮੈਂ ਕੁਝ ਕਰਦਾ ਹਾਂ ਜਾਂ ਮੈਂ ਕਮਾਉਣਾ ਹੈ, ਮੇਰਾ ਸਭ ਤੋਂ ਪਹਿਲਾ ਖਿਆਲ ਹੀ ਆਉਂਦਾ ਕਿ ਘਰਦਿਆਂ ਲਈ ਕੁਝ ਕਰਨਾ ਹੈ। ਬਿਲਕੁਲ। ਮੈਂ ਹੁਣ ਸਟਾਰਟਿੰਗ ਤੋਂ ਲੈ ਕੇ, ਕਿਉਂਕਿ 10th ਤੱਕ ਇੱਕ ਬ੍ਰਾਈਟ ਸਟੂਡੈਂਟ, ਫਿਰ ਉਹੀ ਤੁਹਾਨੂੰ ਪਤਾ ਹੀ ਹੈ 11ਵੀਂ 12ਵੀਂ ਇੰਨੇ ਫਿਰ ਫੀਲਡ ਚੇਂਜ ਕਰ ਲਏ ਹੈ ਸਟੱਡੀ ਦੇ ਤੁਸੀਂ, ਐਕਸਪੈਰੀਮੈਂਟ ਕਰਦੇ ਹੋ। ਬਿਲਕੁਲ, ਉਹ ਫਿਰ ਹਵਾ ਲੱਗ ਜਾਂਦੀ ਹੈ 11ਵੀਂ 12ਵੀਂ ਕਾਲਜ ਡੀਏਵੀ ਦੀ ਗੇੜੀਆਂ, ਤੁਹਾਨੂੰ ਪਤਾ ਹੀ ਹੈ। ਫਿਰ ਉਹ ਹਵਾ ਜੀ ਲੱਗ ਗਈ, ਫਿਰ ਘਰਦਿਆਂ ਨੂੰ ਇਹ ਹੋ ਗਿਆ ਕਿ ਮੁੰਡਾ ਕੁਝ ਨਹੀਂ ਕਰ ਸਕਦਾ, ਵਿਗੜਨਾ ਜਾਵੇ। ਇਹ ਟੈਨਸ਼ਨ ਹੁੰਦੀ ਬਾਪੂ ਨੂੰ ਜ਼ਿਆਦਾ। ਪਰ ਹੁਣ ਜਦ ਦੇਖਦੇ ਕਰਦੇ ਕਿ ਹਾਂ ਵੀ ਕਰ ਰਿਹਾ, ਹੁਣ ਹੈਪੀ ਨੇ। ਬਟ ਮੈਂ ਹਲੇ ਵੀ ਟਰਾਈ ਇਹੀ ਕਰਦਾ ਕਿ ਮੈਂ ਜਿੰਨਾ ਵੀ ਕਮਾਵਾਂ ਜਾਂ ਜੋ ਵੀ ਹੈ ਮੈਂ ਸਾਰੇ ਘਰਦਿਆਂ ਨੂੰ ਦੇਵਾਂ। ਉਹਨਾਂ ਲਈ ਮਤਲਬ ਜੋ ਵੀ ਹੈ ਹੁਣ ਮੈਂ ਸਾਰੀ ਉਹਨਾਂ ਲਈ ਖੁਸ਼ੀ ਲਈ ਕਰ ਰਿਹਾ ਜੀ। ਇੱਕ ਨਾ ਡੀਟੌਕਸ ਡਰਿੰਕ ਦੀ ਮੈਂ ਗੱਲ ਕਰੂੰਗੀ। ਤੁਸੀਂ ਇੰਸਟਾਗ੍ਰਾਮ ਦੇ ਉੱਤੇ ਵੀਡੀਓ ਵੀ ਪਾਈ ਸੀਗੀ, ਤੁਸੀਂ ਕਿਹਾ ਸੀ ਜਿੰਨਾ ਆਪਾਂ ਮੰਨਦੇ ਹਾਂ ਕਿ ਬਹੁਤ ਹੈਲਦੀ ਹੈ, ਉਹਦਾ ਤੁਹਾਨੂੰ ਨੁਕਸਾਨ ਵੀ ਹੋ ਸਕਦਾ, ਉਹਦੇ ਬਾਰੇ ਜ਼ਰੂਰ ਦੱਸੋ। ਅੱਛਾ, ਬੇਸਿਕਲੀ ਕੀ ਹੈ ਕਿ ਅੱਜ ਕੱਲ੍ਹ ਮੈਂ ਫਿਰ ਕਹਾਂ, ਮੈਂ ਸਾਰੇ ਦੀ ਰਿਸਪੈਕਟ ਕਰਦਾ, ਪਰ ਜਿੰਨੇ ਵੀ ਡਾਈਟੀਸ਼ੀਅਨਸ ਨੇ ਜਿਹੜੇ ਵੀ ਇਹ ਡਿਟੌਕਸ ਡਰਿੰਕ ਦਿੰਦੇ ਆ, ਲੋਕੀ ਉਹਨੂੰ ਨਾ ਮਿਸਅੰਡਰਸਟੈਂਡ ਕਰ ਜਾਂਦੇ ਫੈਟ ਲਾਸ ਨਾਲ। ਪਰ ਡਿਟੌਕਸ ਡਰਿੰਕ ਦਾ ਬੇਸਿਕਲੀ ਕੋਈ ਲੈਣਾ ਦੇਣਾ ਹੈ ਹੀ ਨਹੀਂ ਡਿਟੌਕਸ ਡਰਿੰਕ। ਇਹ ਚੀਜ਼ ਤਾਂ ਮੈਨੂੰ ਵੀ ਲਾਈਕ ਸਟਾਰਟਿੰਗ ਤੇ ਕਈਆਂ ਨੇ ਕਹੀ ਕਿ ਤੁਸੀਂ ਜਦੋਂ ਜਿਮ ਲਾਉਣਾ ਆ ਕਾਫੀ ਦੇ ਸ਼ਾਟ ਲਾ ਕੇ ਚੱਲ ਜਾਓ, ਕਾਫੀ ਤੁਸੀਂ ਪੀਓ, ਉਹਦੇ ਨਾਲ ਕਾਫੀ ਫਰਕ ਪੈਂਦਾ। ਬਟ ਹੁਣ ਮੈਨੂੰ ਇਹ ਕਿਹਾ ਜਾ ਰਿਹਾ ਕਿ ਕਾਫੀ ਨਾ ਪੀਓ, ਕਾਫੀ ਬਿਲਕੁਲ ਬੰਦ ਕਰ ਦਿੱਤੀ। ਮੈਂ ਤੁਹਾਨੂੰ ਦੱਸਦਾ ਹੁੰਦਾ ਕੀ ਹੈ। ਜਿਹੜਾ ਹੁਣ ਸਪੋਜ਼ ਤੁਸੀਂ ਐਗਜ਼ਾਮਪਲ ਲੈ ਲਓ, ਤੁਸੀਂ ਖਾਲੀ ਢਿੱਡ ਸਵੇਰੇ ਡਿਟੌਕਸ ਡਰਿੰਕ ਪੀ ਰਹੇ ਹੋ, ਪਰ ਤੁਸੀਂ ਪੂਰੇ ਦਿਨ ਸਮੋਸੇ ਚਾਹ ਪਾਪੜੀ ਉਹ ਕਟਰਮ ਪਟਰਮ ਖਾ ਰਹੇ ਹੋ, ਉਹਦੇ ਨਾਲ ਫੈਟ ਲਾਸ ਹੋ ਹੀ ਨਹੀਂ ਸਕਦਾ। ਡਿਪੈਂਡ ਕਰਦਾ ਤੁਸੀਂ ਪੂਰਾ ਦਿਨ ਕੀ ਖਾ ਰਹੇ ਹੋ, ਪੂਰਾ ਵੀਕ ਕੀ ਖਾ ਰਹੇ ਹੋ। ਹੁਣ ਡਿਟੌਕਸ ਡਰਿੰਕ ਬੇਸਿਕਲੀ ਕੀ ਹੁੰਦੀ ਹੈ, ਡਿਟੌਕਸ ਡਰਿੰਕ ਤੁਹਾਡੀ ਹੈਲਪ ਕਰ ਸਕਦੀ ਹੈ ਬਲੋਟਿੰਗ 'ਚ। ਉਹਦੇ ਮਿਨਰਲਸ ਜਿੱਦਾਂ ਹੁਣ ਹਨੀ ਵਗੈਰਾ ਹੋ ਗਿਆ, ਉਹਨਾਂ ਦੇ ਅਲੱਗ ਬੈਨੀਫਿਟਸ ਹੈ। ਠੀਕ ਹੈ, ਤੁਹਾਡਾ ਲੀਵਰ ਵਧੀਆ ਕਰ ਸਕਦੀ ਹੈ, ਰਾਈਟ, ਬਲੋਟਿੰਗ ਨਹੀਂ ਹੋਏਗੀ, ਕਨਸਟੀਪੇਸ਼ਨ ਹੈ ਤਾਂ ਉਹ ਠੀਕ ਹੋ ਜਾਏਗੀ ਗਰਮ ਪਾਣੀ ਨਾਲ, ਹੈ ਨਾ। ਬਟ ਡਿਟੌਕਸ ਡਰਿੰਕ 'ਚ ਇਦਾਂ ਦਾ ਕੁਝ ਨਹੀਂ ਹੁੰਦਾ ਜਿਹਦੇ ਨਾਲ ਫੈਟ ਸੈਲਸ ਮੋਬਿਲਾਈਜੇਸ਼ਨ ਹੋਵੇ। ਉਹ ਇਦਾਂ ਦਾ ਕੁਝ ਹੈ ਹੀ ਨਹੀਂ। ਉਹ ਬਸ ਇੱਕ ਲੋਕਾਂ ਨੇ ਨਾ ਸਾਰੇ ਡਾਈਟੀਸ਼ੀਅਨ ਨੇ ਅਰਲੀ ਮਾਰਨਿੰਗ ਖਾਲੀ ਢਿੱਡ ਤਾਂ ਉਹ ਲੋਕਾਂ ਨੇ ਉਹਨੂੰ ਫੈਟ ਲਾਸ, ਹੁਣ ਕੋਈ ਫੈਟ ਲਾਸ ਪ੍ਰੋਗਰਾਮ ਲੈਂਦਾ ਨਾ, ਉਹ ਲੋਕਾਂ ਨੂੰ ਦੇਖਣ ਦੀ ਆਦਤ ਪੈ ਗਈ ਮਾਰਨਿੰਗ ਐਮਟੀ ਸਟਮਕ ਡਿਟੌਕਸ ਡਰਿੰਕ ਹੈ, ਤਾਂ ਉਹ ਲੋਕਾਂ ਨੂੰ ਕਹਿੰਦਾ ਕਿ ਉਹ ਫੈਟ ਲਾਸ 'ਚ ਇਨਕਲੂਡਡ ਹੈ, ਤਾਂ ਮਤਲਬ ਇਹ ਫੈਟ ਲਾਸ ਕਰਦੀ ਹੈ। ਉਹ ਲੋਕਾਂ ਨੂੰ ਮਿਸਅੰਡਰਸਟੈਂਡਿੰਗ ਹੋ ਗਈ ਹੈ, ਜਦਕਿ ਇਦਾਂ ਕੁਝ ਨਹੀਂ ਹੈ। ਤੁਹਾਡਾ ਡੇਲੀ ਤੁਸੀਂ ਕਿੰਨਾ ਖਾ ਰਹੇ ਹੋ, ਕੀ ਖਾ ਰਹੇ ਹੋ, ਆਪਣੀ ਬੋਡੀ 'ਚ ਕੀ ਪਾ ਰਹੇ ਹੋ, ਉਹ ਡਿਪੈਂਡ ਕਰਦਾ ਹੈ। ਇਨ ਦੀ ਐਂਡ ਜੇ ਤੁਸੀਂ ਆਪਣੀ ਕੈਲਰੀਜ਼ ਡੈਫੀਸਿਟ 'ਚ ਹੋ, ਭਾਵੇਂ ਤੁਸੀਂ 1 ਚਾਕਲੇਟ ਵੀ ਖਾਓ, 2 ਚਾਕਲੇਟ ਖਾਓ, ਉਹਦੇ ਨਾਲ ਫਰਕ ਨਹੀਂ ਪਏਗਾ। ਬਟ ਤੁਸੀਂ ਕੈਲਰੀਜ਼ ਇਨਟੇਕ ਦੇ ਅੰਦਰ ਖਾਓ। ਅੱਛਾ, ਤੇ ਜਿਵੇਂ એનર્ਜੀ ਡਰਿੰਕ ਦੀ ਗੱਲ ਕਰਾਂ, ਹਨਾ, ਹਾਂਜੀ, ਤੇ ਉਹ ਕਹਿੰਦੇ ਕਿ ਜਿਹੜੇ ਜਿਮ ਜਾਂਦੇ ਉਹਨਾਂ ਨੂੰ એનર્ਜੀ ਡਰਿੰਕ ਨਹੀਂ ਲੈਣੀ ਚਾਹੀਦੀ, ਇਹ ਕਿੰਨਾ ਕੁ ਸਹੀ ਆ? ਇਹ ਡਿਪੈਂਡ ਕਰਦਾ ਕਿ ਤੁਸੀਂ ਕਿਹੜੀ એનર્ਜੀ ਡਰਿੰਕ ਲੈ ਰਹੇ ਹੋ, ਬਿਕੋਜ਼ ਕਈ એનર્ਜੀ ਡਰਿੰਕਸ 'ਚ ਸਿਰਫ ਸ਼ੂਗਰ ਹੁੰਦਾ ਹੈ। ਕੈਫੀਨ, ਹੁਣ ਜਿੱਦਾਂ ਤੁਸੀਂ ਕਾਫੀ ਦੀ ਗੱਲ ਕਰੀ, ਕਾਫੀ ਬੇਸਿਕਲੀ ਕੈਫੀਨ ਕੀ ਕਰਦੀ ਹੈ, ਤੁਹਾਡਾ ਇੱਕ ਤਾਂ ਤੁਹਾਡੀ ਕੈਫੀਨ ਇੱਕ એનર્ਜੀ ਲੈਵਲਸ ਮੇਨਟੇਨ ਰੱਖਦੀ ਹੈ ਨਾ, ਤੁਹਾਡੀ ਕੰਸੈਂਟਰੇਸ਼ਨ ਪਾਵਰ ਇੰਪਰੂਵ ਕਰਦੀ ਹੈ ਕੈਫੀਨ।
ਤਾਂ ਬਟ ਕਈ એનર્ਜੀ ਡਰਿੰਕਸ 'ਚ ਕੀ ਹੁੰਦਾ ਹੈ, ਉਹਦੇ ਨਾਲ ਸ਼ੂਗਰ ਪਾਈ ਹੁੰਦੀ ਹੈ ਤੇ ਉਹ ਸ਼ੂਗਰ ਤਾਂ ਇਨ ਦੀ ਐਂਡ ਵਧੀਆ ਨਹੀਂ ਹੈ। ਜੇ ਤੁਸੀਂ ਹਿਊਜ ਅਮਾਉਂਟ 'ਚ ਸ਼ੂਗਰ ਪੀ ਜਾ ਰਹੇ ਹੋ, ਇਸ ਤੋਂ ਵਧੀਆ ਤੁਸੀਂ ਕੁਝ ਖਾ ਲਓ। ਜਿੱਦਾਂ ਹੁਣ ਲਾਈਕ ਮੈਂ ਇੱਕ ਦੋ ਵਾਰੀ ਜੇ ਮੈਂ ਰੈਡ ਬੁੱਲ ਪੀ ਲਾਂ ਜਾਂ ਮੈਂ ਹੈਲਥ ਪੀ ਲਾਂ ਹਨਾ, ਮੈਨੂੰ ਮੇਰੇ ਨਾਲ ਦੇ ਹੀ ਕਹਿ ਦਿੰਦੇ ਆ ਕਿ ਤੁਸੀਂ ਉਹਦਾ ਜਿਮ ਜਾਂਦੇ ਹੋ, ਇਹ ਤਾਂ ਤੁਹਾਡੀ ਹੈਲਥ ਲਈ ਬਿਲਕੁਲ ਨਹੀਂ ਸਹੀ। ਬਿਲਕੁਲ ਤੁਸੀਂ ਪੀ ਸਕਦੇ ਹੋ। ਮੈਂ ਵੀ ਪਹਿਲਾਂ ਰੈਡ ਬੁੱਲ ਤੋਂ ਪੀ ਸਕਦੀ ਹਾਂ, ਮੈਂ ਪੀ ਸਕਦੇ ਹਾਂ, ਬਿਲਕੁਲ ਪੀ ਸਕਦੇ ਹਾਂ। ਰੈਡ ਬੁੱਲ ਤੁਸੀਂ ਪੀ ਸਕਦੇ ਹੋ। ਹੁਣ ਤਾਂ ਰੈਡ ਬੁੱਲ ਹੋ ਗਈ, ਮੌਨਸਟਰ ਹੋ ਗਈ, ਇਹਨਾਂ 'ਚ 0 ਕੈਲੋਰੀਜ਼ ਡਰਿੰਕਸ ਵੀ ਆਉਣ ਲੱਗ ਗਈਆਂ। ਉਹਨਾਂ ਦੀ 0 ਕੈਲੋਰੀਜ਼ ਹੈ, ਤੁਸੀਂ ਆਪਣਾ ਪੀਓ, 1 ਪੀਓ 2 ਪੀਓ ਦਿਨ ਦੀ। ਕੈਫੀਨ ਲੈਵਲ ਆਪਣਾ ਦੇਖ ਲਓ ਕਿ ਹਾਂ ਵੀ ਇੰਨਾ ਇਨਟੇਕ ਰੱਖਣਾ, 300-400 ਤੋਂ ਉੱਪਰ ਨਾ ਜਾਵੇ, ਤਾਂ 1-2 ਤਾਂ ਪੀ ਸਕਦੇ ਹੋ ਤੁਸੀਂ ਵਰਕਆਊਟ ਤੋਂ ਪਹਿਲਾਂ ਵੀ, ਕੋਈ ਇਸ਼ੂ ਨਹੀਂ ਹੈ। 0 ਕੈਲੋਰੀਜ਼ ਪੀ ਸਕਦੇ ਹੋ 100%। ਠੀਕ ਹੈ, ਓਕੇ ਪੰਕਜ, ਹੁਣ ਗੱਲਾਂ ਬਾਤਾਂ ਤਾਂ ਆਪਾਂ ਬਹੁਤ ਕਰ ਲਈਆਂ, ਬਹੁਤ ਵਧੀਆ ਵੀ ਹੈ, ਤੇ ਜਿਹੜੇ ਤੁਹਾਨੂੰ ਇਸ ਵੇਲੇ ਦੇਖ ਰਹੇ ਆ ਉਹਨਾਂ ਨੂੰ ਕਾਫੀ ਜਿਹੜੇ ਪੁਆਇੰਟਸ ਮਿਲ ਗਏ ਹੋਣੇ ਆ ਜਾਂ ਟਿਪਸ ਮਿਲ ਗਏ ਹੋਣੇ ਆ ਕਿ ਇਸ ਲਾਈਨ 'ਚ ਜਾਂ ਫਿੱਟ ਹੋਣਾ ਤੇ ਕੀ ਕੁਝ ਕਰਨਾ ਚਾਹੀਦਾ, ਕੀ ਕੁਝ ਨਹੀਂ ਕਰਨਾ ਚਾਹੀਦਾ। ਹੁਣ ਜਿਹੜੇ ਤੁਹਾਡੀ ਲਾਈਨ ਜਾਂ ਬਾਡੀ ਬਿਲਡਿੰਗ ਦੀ ਲਾਈਨ 'ਚ ਆਉਣਾ ਚਾਹੁੰਦੇ ਆ, ਉਹਨਾਂ ਨੂੰ ਤੁਸੀਂ ਅਖੀਰ ਦੇ ਉੱਤੇ ਕੀ ਕਹਿਣਾ ਚਾਹੋਗੇ, ਜਾਂ ਫਿਰ ਕਿਉਂਕਿ ਕਈਆਂ ਨੂੰ ਗਾਈਡੈਂਸ ਨਹੀਂ ਸਹੀ ਮਿਲਦੀ ਹੈਗੀ, ਉਹਨਾਂ ਨੂੰ ਤੁਸੀਂ ਕੀ ਇੱਕ ਟਿਪ ਦੇਣਾ ਚਾਹੋਗੇ ਹੋਰ? ਬੇਸਿਕਲੀ ਮੈਂ ਆਪਣੇ ਐਗਜ਼ਾਮਪਲ ਦੇਣਾ ਚਾਹੂੰਗਾ ਕਿ ਜਿੱਦਾਂ ਬਾਡੀ ਬਿਲਡਿੰਗ, ਪਹਿਲੀ ਗੱਲ ਤਾਂ ਤੁਸੀਂ ਇਸ ਤੋਂ ਜਿੰਨਾ ਵੀ ਸਿੱਖੋਗੇ ਉਹਨਾਂ ਘੱਟ ਹੈ। ਬਾਡੀ ਬਿਲਡਿੰਗ ਬੰਦੇ ਨੂੰ ਬਹੁਤ ਡਿਸਪਲਿਨਡ ਬਣਾਉਂਦੀ ਹੈ ਨਾ। ਬਾਡੀ ਬਿਲਡਿੰਗ ਬੰਦੇ ਨੂੰ ਬਹੁਤ ਜ਼ਿਆਦਾ ਡਿਸਪਲਿਨ ਬਣਾਉਂਦੀ ਹੈ। ਬਾਡੀ ਬਿਲਡਿੰਗ ਨਾਲ ਤੁਹਾਨੂੰ ਇੱਕ ਨਾ ਲਾਈਫ ਸਟਾਈਲ ਜਿਹੜਾ ਤੁਹਾਡਾ ਬਹੁਤ ਜ਼ਿਆਦਾ ਚੇਂਜ ਹੋ ਜਾਏਗਾ। ਬਟ ਇਹ ਹੈ ਕਿ ਬਾਡੀ ਬਿਲਡਿੰਗ ਜਿੰਨਾ ਲੱਗਦਾ ਹੈ ਫਿਜ਼ੀਕਲ ਦੀ ਗੇਮ ਹੈ, ਉਹ ਫਿਜ਼ੀਕਲ ਗੇਮ ਨਹੀਂ ਹੈ, ਉਹ ਮੈਂਟਲੀ ਗੇਮ ਹੈ। ਉਹ ਤੁਹਾਡਾ ਮੈਂਟਲੀ ਬਹੁਤ ਜ਼ਿਆਦਾ ਪ੍ਰੈਸ਼ਰ ਪੈਂਦਾ ਉਸ ਟਾਈਮ। ਇਹਦੀ ਕਈ ਵਾਰੀ ਇੱਦਾਂ ਵੀ ਫੀਲ ਹੁੰਦਾ ਕਿ ਤੁਸੀਂ ਬਾਡੀ ਬਿਲਡਿੰਗ ਕਰ ਰਹੇ ਹੋ, ਤੁਸੀਂ ਕਰਨਾ ਚਾਹੁੰਦੇ ਵੀ ਹੋ ਕਿਉਂਕਿ ਤੁਸੀਂ ਇੰਨਾ ਲੋ એનર્ਜੀ ਤੇ ਹੁੰਦੇ ਹੋ, ਲੋ ਕੈਲਰੀਜ਼ ਤੇ ਹੁੰਦੇ ਹੋ, ਬਟ ਤੁਹਾਨੂੰ ਉਸ ਟਾਈਮ ਵੀ ਹਾਰਡ ਵਰਕ ਕਰਨਾ ਪੈਂਦਾ। ਤੇ ਜਿਹੜੇ ਵੀ ਬਾਡੀ ਬਿਲਡਿੰਗ 'ਚ ਆਉਣਾ ਚਾਹੁੰਦੇ, ਜਿਹੜੇ ਬਾਡੀ ਬਿਲਡਿੰਗ ਕਰਨਾ ਚਾਹੁੰਦੇ ਨਾ, ਉਹ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਇਹ ਕੁਐਸਚਨ ਪੁੱਛੋ ਕਿ ਤੁਸੀਂ ਰੀਅਲੀ ਬਾਡੀ ਬਿਲਡਿੰਗ ਇੰਨਾ ਪਿਆਰ ਕਰਦੇ ਹੋ ਕਿ ਤੁਸੀਂ ਇਹ ਨਾ ਦੇਖੋ ਕਿ ਮੇਰੀ ਬਾਡੀ ਵਧੀਆ ਲੱਗੀ ਹੈ ਕੁਝ, ਬਟ ਬਾਡੀ ਬਿਲਡਿੰਗ ਜੇ ਕਰਨੀ ਹੈ ਉਹ ਮੈਂਟਲ ਗੇਮ ਹੈ, ਫਿਜ਼ੀਕਲ ਤੋਂ ਜ਼ਿਆਦਾ ਉਹ ਮੈਂਟਲ ਗੇਮ ਹੈ। ਤੇ ਜੇ ਤੁਸੀਂ ਸਟਾਰਟ ਕਰਨਾ ਹੈ, ਪਹਿਲਾਂ ਬੇਬੀ ਸਟੈਪਸ ਲਓ। ਇਹ ਨਹੀਂ ਕਿ ਬਹੁਤ ਜ਼ਿਆਦਾ ਹੀ ਸਿੱਧਾ ਹੀ ਕੁਝ ਵੀ ਗਲਤ ਹੱਥਾਂ 'ਚ ਚਲੇ ਗਏ। ਕਿਸੇ ਕੋਚ ਦੇ ਅੰਡਰ ਆਓ, ਕਿਉਂਕਿ ਬਾਡੀ ਬਿਲਡਿੰਗ ਲਈ ਇੱਕ ਕੋਚ ਬਹੁਤ ਜ਼ਰੂਰੀ ਹੈ। ਪਹਿਲਾਂ ਉਹ ਕੋਚ ਦੀ ਬਾਡੀ ਨਾ ਦੇਖੋ, ਉਹਦੀ ਨੌਲੇਜ ਦੇਖੋ ਕਿ ਉਹਨੂੰ ਕਿੰਨੀ ਕੀ ਨੌਲੇਜ ਹੈ, ਕਿ ਉਹ ਇੱਕ ਰਾਈਟ ਪਾਥ 'ਤੇ ਲੈ ਕੇ ਜਾ ਰਿਹਾ ਤੁਹਾਨੂੰ। ਉਹਨੂੰ ਫੋਲੋ ਕਰੋ ਥੋੜ੍ਹੇ ਜਿਹੇ ਟਾਈਮ ਲਈ, ਤੁਹਾਨੂੰ ਪਤਾ ਲੱਗੇਗਾ ਉਹਦੀ ਨੌਲੇਜ ਕਿੱਦਾਂ, ਉਹ ਕਿੱਦਾਂ ਸ਼ੇਅਰ ਕਰ ਰਿਹਾ, ਲੋਕਾਂ ਨਾਲ ਕੀ ਬਿਹੇਵ ਕਰ ਰਿਹਾ, ਕੰਟੈਂਟ ਕਿੱਦਾਂ ਦਾ ਉਹਦਾ। ਇਕੱਲਾ ਇਹ ਚੀਜ਼ ਦੇਖਣਾ ਕਿ ਉਹਦੀ ਬਾਡੀ ਵਧੀਆ, ਉਹਨੇ ਟਾਈਟਲ ਲਿਆ, ਉਹਦਾ ਕੋਈ ਮਤਲਬ ਨਹੀਂ ਬਣਦਾ। ਟਾਈਟਲ ਪਲੱਸ ਐਕਸਪੀਰੀਅੰਸ ਪਲੱਸ ਬਾਡੀ, ਇਹ ਤਿੰਨਾਂ ਚੀਜ਼ਾਂ ਕੰਬੀਨੇਸ਼ਨ ਲੈ ਕੇ ਤੁਸੀਂ ਇੱਕ ਕੋਚ ਲਓ, ਤਾਂ ਜਾ ਕੇ ਤੁਹਾਨੂੰ ਬੈਨੀਫਿਟ ਹੋਏਗਾ। ਤੇ ਹਲੇ ਸਾਰੇ ਕਹਿੰਦੇ ਕਿ ਡੈਡ ਕਰਦੇ ਸਪੋਰਟ ਨਹੀਂ ਕਰਦੇ ਆ ਜੀ। ਸੁਪਨਾ ਤੁਸੀਂ ਦੇਖਿਆ ਤਾਂ ਇਹ ਸੁਪਨਾ ਤੁਸੀਂ ਉਹ ਆਪਣੇ ਆਪ ਪੂਰਾ ਕਰਨਾ। ਉਹ ਜਿਹੜਾ ਚੀਜ਼ ਚਾਹੁੰਦੇ, ਜੇ ਉਹ ਡਾਕਟਰ ਬਣਾਉਣਾ ਚਾਹੁੰਦੇ ਆ, ਇੰਜੀਨੀਅਰ ਬਣਾਉਣਾ ਚਾਹੁੰਦੇ ਆ, ਉਹ ਸੁਪਨੇ ਲਈ ਉਹ ਤੁਹਾਨੂੰ ਹੈਲਪ ਕਰਨਗੇ। ਬਟ ਇਹ ਬਾਡੀ ਬਿਲਡਰ ਜੇ ਤੁਸੀਂ ਬਣਨਾ, ਇਹ ਸੁਪਨਾ ਤੁਹਾਡਾ ਹੈ, ਜ਼ਿੰਮੇਵਾਰੀ ਤੁਹਾਡੀ ਹੈ, ਤਾਂ ਤੁਸੀਂ ਪੂਰੀ ਕਰਨੀ ਹੈ। ਜੀ ਬਹੁਤ ਹੀ ਵਧੀਆ ਤੁਸੀਂ ਗੱਲਾਂ ਬਾਤਾਂ ਕੀਤੀਆਂ ਤੇ ਮੈਨੂੰ ਲੱਗਦਾ ਕਿ ਜਿਹੜੇ ਇਸ ਲਾਈਨ 'ਚ ਆਉਣਾ ਚਾਹੁੰਦੇ ਉਹਨਾਂ ਨੂੰ ਬਹੁਤ ਵਧੀਆ ਗਾਈਡੈਂਸ ਮਿਲ ਗਈ ਹੋਣੀ ਹੈ। ਤੇ ਹੁਣ ਨੀਲਮ ਕੁਈਨ ਨੂੰ ਤੁਸੀਂ ਕਿਹੜੀ ਐਕਸਰਸਾਈਜ਼ ਕਰਾਓਗੇ? ਆ ਜਾਓ, ਸ਼ੋਲਡਰ ਪ੍ਰੈਸ ਕਰਦੇ ਹਾਂ ਅਸੀਂ। ਸ਼ੋਲਡਰ ਪ੍ਰੈਸ, ਓਕੇ, ਲੈਟਸ ਗੋ। ਇੱਥੇ ਬੈਠਾ? ਹਾਂਜੀ ਹਾਂਜੀ, ਆ ਜਾਓ ਪੰਕਜ ਜੀ, ਲੈਟਸ ਗੋ। ਚਲੋ ਇੱਕ ਇੱਦਾਂ, ਇੱਕ ਇੱਦਾਂ। ਹੁਣ ਆਪਾਂ ਬੈਕ ਲੋ ਸਪੋਰਟ, ਸਟ੍ਰੇਟ ਅਪ, ਬਿਲਕੁਲ। ਕਮਨ 1 ਇੱਧਰ, here 2 ਬਹੁਤ ਵਧੀਆ, ਕਮਨ 3 ਔਰ ਡਾਊਨ 4 5 6 ਕਿੰਨੇ ਕਰਨੇ? बस 10 और 10 टोटल, 8 2 मोर, कम ऑन 1 लास्ट। चलो जी डन। ਕਦੋਂ ਤੱਕ ਸ਼ੋਲਡਰ ਸੈੱਟ ਹੋ ਜੂਗੇ ਮੇਰੇ? बस हम तो सेट ही है। ਚਲੋ ਜੀ, ਤੇ ਪੰਕਜ ਜੀ ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ। ਤੇ ਫਿਰ ਅਸੀਂ ਜਦੋਂ ਤੁਸੀਂ ਹੁਣ ਨਾ ਮਿਸਟਰ ਇੰਡੀਆ ਵਾਲਾ ਵਿਨ ਕਰਕੇ ਆਓਗੇ, ਕਿਤਾਬ ਲੈ ਕੇ ਆਓਗੇ, ਆਪਾਂ ਫਿਰ ਉਦੋਂ ਗੱਲਬਾਤ ਕਰਾਂਗੇ। ਤੁਹਾਨੂੰ ਜਲਦੀ ਯਾਦ ਕਰਾਂਗੇ। ਹਾਂ ਬਸ ਠੀਕ ਹੈ ਜੀ, ਤੇ ਫਿਰ ਅਸੀਂ ਜਲਦੀ ਆ ਜਾਵਾਂਗੇ ਤੁਹਾਡੇ ਨਾਲ। ਥੈਂਕ ਯੂ ਸੋ ਮਚ। ਥੈਂਕ ਯੂ ਮੈਮ। ਸੋ ਦੋਸਤੋ, ਪੰਕਜ ਰਾਵਤ ਹੋਣਾ ਦੇ ਨਾਲ ਗੱਲਬਾਤ ਕੀਤੀ ਹੈ ਤੇ ਉਮੀਦ ਇਹੀ ਹੈ ਕਿ ਤੁਹਾਨੂੰ ਗੱਲਬਾਤ ਵਧੀਆ ਲੱਗੀ ਹੋਣੀ, ਤੁਹਾਨੂੰ ਟਿਪਸ ਵੀ ਮਿਲ ਗਏ ਹੋਣੇ ਕਈ, ਜਿਹੜੇ ਤੁਸੀਂ ਇਸ ਲਾਈਨ 'ਚ ਆਉਣਾ ਚਾਹੁੰਦੇ ਹੋ, ਫਿੱਟ ਹੋਣਾ ਚਾਹੁੰਦੇ ਹੋ, ਤੁਹਾਨੂੰ ਵਧੀਆ ਗਾਈਡੈਂਸ ਮਿਲ ਗਈ ਹੈ। ਤੇ ਬਾਕੀ ਹੁਣ ਤੁਹਾਨੂੰ ਗੱਲਾਂ ਬਾਤਾਂ ਕਿਵੇਂ ਦੇ ਲੱਗੀਆਂ ਕਮੈਂਟ ਕਰਕੇ ਦੱਸਿਓ। ਜੇ ਵਧੀਆ ਲੱਗਿਆ ਉਹਨੂੰ ਲਾਈਕ ਵੀ ਕਰੋ, ਸ਼ੇਅਰ ਵੀ ਕਰੋ। ਹੁਣ ਮੈਨੂੰ ਨੀਲਮ ਕੁਈਨ ਨੂੰ ਦਿਓ ਇਜਾਜ਼ਤ। ਟੇਕ ਕੇਅਰ, ਬਾਏ ਬਾਏ, ਸਤਿ ਸ਼੍ਰੀ ਅਕਾਲ।